ਇੰਸ਼ੋਰੈਂਸ ਕਾਰਾਂ ਦੀ ਘਰਾਂ ਦੀ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408 272 2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇ ਕਿਆਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਤੇ ਰਮਨ ਜੀ, ਆਪਾਂ ਕੁਝ ਖਬਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਆ ਤੇ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਸਰੋਤੇ ਆ, ਜੇ ਉਹਨਾਂ ਨੂੰ ਕੋਈ ਕੁਐਸਚਨ ਹੋਇਆ ਤੇ ਟਰੱਕਿੰਗ ਦੇ ਨਾਲ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ ਜਿਹੜਾ 408 272 5200 ਤੇ ਕਾਲ ਕਰ ਸਕਦੇ ਹੋ 4082725200। ਸੋ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ 10 ਵਜੇ ਤੱਕ ਚੱਲਣਾ ਹੈ ਕੈਲੀਫੋਰਨੀਆ ਦੇ ਸਮੇਂ ਦੇ ਮੁਤਾਬਕ। ਸੋ ਅੱਜ ਦੀਆਂ ਕੁਝ ਖਬਰਾਂ ਵੱਲ ਆਈਏ। ਕਹਿੰਦੇ ਵੀ $900 ਬਿਲੀਅਨ ਦੀ US ਟਰੱਕਿੰਗ ਇੰਡਸਟਰੀ ਜਿਹੜੀ ਆ ਉਹਦਾ ਫਿਊਚਰ ਹੁਣ ਕੈਲੀਫੋਰਨੀਆ ਚ ਡਿਸਾਈਡ ਹੋਊਗਾ। ਕੈਲੀਫੋਰਨੀਆ ਦੇ ਵਿੱਚ ਸੈਲਫ ਡਰਾਈਵਿੰਗ ਟਰੱਕਿੰਗ ਨੂੰ ਲੈ ਕੇ ਇਹ ਸਟੇਟ ਕਿੱਥੇ ਖੜਦੀ ਆ। ਰਾਈਟ ਨਾਓ ਕੈਲੀਫੋਰਨੀਆ ਦੇ ਵਿੱਚ ਜਿਹੜੇ 10,001 ਪਾਉਂਡ ਤੋਂ ਥੱਲੇ ਦੀਆਂ ਜਿਹੜੀਆਂ ਕਾਰਾਂ ਆ ਸੈਲਫ ਡਰਾਈਵਿੰਗ ਵਾਲੀਆਂ, ਉਹਨਾਂ ਨੂੰ ਜਿਹੜਾ ਅਲਾਓ ਕੀਤਾ ਹੋਇਆ ਹੈਗਾ। ਪਰ 80,000 ਪਾਉਂਡ ਵਾਲੇ ਜਿਹੜੇ ਸੈਮੀ ਟਰੱਕਸ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਅਲਾਓ ਕਰੂਗੇ, ਉਹਦੇ ਸੰਬੰਧ ਦੇ ਵਿੱਚ ਸਟੇਟ ਡੈਮੋਕ੍ਰੇਟਸ ਦੀ ਆ, ਯੂਨੀਅਨਸ ਦਾ ਬਹੁਤ ਹੋਲਡ ਆ। ਸੋ ਆਲਰੇਡੀ ਯੂਨੀਅਨਸ ਨੇ, ਖਾਸ ਕਰਕੇ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਟੀਮਸਟਰਸ ਯੂਨੀਅਨ ਜਿਹੜੀ ਆ, ਉਹਨਾਂ ਨੇ ਵੀ ਜੁਆਇਨ ਕਰ ਲਿਆ ਇਸ ਦੇ ਅਗੇਂਸਟ ਵੀ ਕਿਸ ਤਰ੍ਹਾਂ ਜਿਹੜਾ ਜਾਂ ਕੰਪਨਸੇਟ ਕੀਤਾ ਜਾਊਗਾ ਜਾਂ ਕੀ ਰੂਲ ਹੋਊਗਾ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਆ ਉਹ ਬਣਨ ਜਾ ਰਿਹਾ। ਕੈਲੀਫੋਰਨੀਆ ਸਟੇਟ ਤੇ ਹੀ ਡਿਪੈਂਡ ਕਰਦਾ ਕਹਿੰਦੇ। ਜੀ ਬਿਲਕੁਲ ਜੀ, ਇਹ ਇੱਕ ਖਾਸ ਜਿਹੜੀ ਗੱਲਬਾਤ ਸੀਗੀ ਉਹ ਇਹੋ ਹੀ ਆ ਕਿ ਇਹ ਲਾਅ ਜਿਹੜਾ ਆ ਇਹ ਇੰਟਰੋਡਿਊਸ ਕੀਤਾ ਗਿਆ ਔਰ ਇਹਦੇ ਉੱਤੇ ਜਿਹੜਾ ਆ ਮੇਨ ਹੈਗਾ ਕਿ ਜਿਹੜਾ ਟੀਮਸਟਰ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਪਹਿਲਾਂ ਤਾਂ ਜਿਹੜੀ ਟੈਕਨੋਲੋਜੀ ਹੈਗੀ ਆ ਉਹ ਫੁੱਲੀ ਡਿਵੈਲਪ ਨਹੀਂ ਹੈਗੀ, ਫੁੱਲੀ ਸਾਰੀ ਵੈਰੀਫਾਈਡ ਨਹੀਂ ਹੈਗੀ। ਸੋ ਇਸ ਕਰਕੇ ਤੇ ਦੂਸਰਾ ਜਿਹੜਾ ਆ ਸੇਫਟੀ ਕਰਕੇ ਜਿਹੜੇ ਵੀ ਆਟੋਨਮਸ ਟਰੱਕ ਹੈਗੇ ਆ ਉਹਨਾਂ ਦੇ ਵਿੱਚ ਇੱਕ ਸੇਫਟੀ ਡਰਾਈਵਰ ਜਿਹੜਾ ਹੋਣਾ ਉਹ ਲਾਜ਼ਮੀ ਕੀਤਾ ਜਾਵੇ। ਸੋ ਇਹ ਚੀਜ਼ ਜਿਹੜੀ ਆ ਇਹਦੇ ਤੇ ਕੰਮ ਜਿਹੜਾ ਹੁਣ ਚੱਲ ਰਿਹਾ ਜੀ। ਸੋ ਬਿਲਕੁਲ ਇਹਦਾ ਉਹ ਪੇ ਉਹਨਾਂ ਦੀ ਕਿੰਨੀ ਹੋਊਗੀ, ਸੈਲਰੀ ਕਿੰਨੀ ਹੋਊਗੀ, ਇਹ ਸਾਰਾ ਕੁਝ ਡਿਪੈਂਡ ਕਰੂਗਾ। ਪਰ ਇਹ ਗੱਲ ਬਿਲਕੁਲ ਪੱਕੀ ਆ ਵੀ ਕਹਿੰਦੇ ਵੀ ਸੋ ਗੋਜ਼ ਕੈਲੀਫੋਰਨੀਆ, ਸੋ ਗੋਜ਼ ਦ ਰੈਸਟ ਆਫ ਦ ਨੇਸ਼ਨ। ਜਿੱਧਰ ਨੂੰ ਕੈਲੀਫੋਰਨੀਆ ਜਾਊਗਾ ਉਧਰ ਨੂੰ ਜਿਹੜੀ ਆ ਬਾਕੀ ਅਮਰੀਕਾ ਜਾਊਗੀ। ਆਟੋਨੋਮਸ ਵਹੀਕਲ ਇੰਡਸਟਰੀ ਐਸੋਸੀਏਸ਼ਨ ਇੱਕ ਇੰਡਸਟਰੀ ਟ੍ਰੇਡ ਗਰੁੱਪ ਹੈਗਾ, ਉਹ ਸੈਲਫ ਡਰਾਈਵਿੰਗ ਟੈਕਨੋਲੋਜੀ ਦੇ ਲਈ ਸਪੋਰਟ ਕਰਦਾ ਹੈਗਾ। ਸੋ ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ ਆ। ਇਹ ਨਹੀਂ ਹੈ ਵੀ ਅੱਜ ਹੋ ਜੂ, ਮੇ ਵੀ 30 ਸਾਲ ਹੋ ਜਾਣ, 20 ਸਾਲ 40 ਸਾਲ ਹੋ ਜਾਣ, ਪਰ ਆਲਰੇਡੀ ਜਿਹੜੀ ਆ ਇਹਦੇ ਉੱਤੇ ਗੱਲ ਚੱਲਣੀ ਸ਼ੁਰੂ ਹੋ ਗਈ ਹੈ। ਜੀ ਬਿਲਕੁਲ। ਤੇ ਨਾਲ ਦੇ ਨਾਲ ਹੀ ਚਲੋ ਦੇਖੋ ਇੰਡਸਟਰੀ ਦੇ ਵਿੱਚ ਚੇਂਜਸ ਤਾਂ ਜਿਹੜੇ ਉਹ ਆਉਂਦੇ ਰਹਿੰਦੇ, ਉਹ ਆਉਣਗੇ। ਇਹਦੇ ਵਿੱਚੋਂ ਤਾਂ ਕੋਈ ਜਿਹੜੀ ਵੱਡੀ ਗੱਲ ਨਹੀਂ ਆ, ਇਹ ਤਾਂ ਚੱਲਦੇ ਰਹਿੰਦੇ ਆ। ਤੇ ਰਮਨ ਜੀ ਉੱਦਾਂ ਓਵਰਆਲ ਕੀ ਜਿਹੜੇ ਰੇਟਸ ਨੂੰ ਲੈ ਕੇ ਕੀ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਚੱਲ ਰਹੀ ਆ? ਓਵਰਆਲ ਰਾਜਕਰਨ ਕੋਈ ਖਾਸ ਵਧੀਆ ਜਿਹੜੀ ਸਿਚੁਏਸ਼ਨ ਨਹੀਂ ਹੈਗੀ ਇਸ ਵੇਲੇ। ਜੇ ਗੱਲ ਕਰੀਏ ਤੇ ਕੱਲ ਦੀ ਗੱਲ ਹੀ ਹੈਗੀ ਹੈ ਜਿਹੜੀ ਕਿ ਕਾਫੀ ਜਿਹੜੀ ਗੱਲਬਾਤ ਹੋਈ ਹੈ ਕਿ ਜਿਹੜੇ ਇਸ ਵੇਲੇ ਕੰਪਨੀਜ਼ ਹੈਗੀਆਂ ਆਪਣੇ ਜਿਹੜੇ ਜ਼ਿਆਦਾਤਰ ਹੈਗੇ ਆ ਲੋਕੀ, ਕੀ ਹੋ ਰਿਹਾ ਕਿ ਇੱਕ ਦੂਜੇ ਦੇ ਰੇਟ ਕੱਟ ਕਰਕੇ ਲੋਡ ਲੈ ਰਹੇ ਹੈਗੇ ਆ ਔਰ ਬੜੇ ਸਵੀਅਰ ਰੇਟ ਕੱਟ ਕਰਕੇ ਲੋਡ ਲੈ ਰਹੇ। ਮਤਲਬ ਇਹ ਨਹੀਂ ਵੀ ਛੋਟੇ ਮੋਟੇ ਆ, ਮਤਲਬ ਕਿ ਥੋੜਾ ਬਹੁਤ ਕੱਟ ਕਰਕੇ ਲੈ ਲਿਆ। ਸੀਰੀਅਸਲੀ ਜੇ ਕੋਈ ਲੋਡ 3500 3800 ਦਾ ਜਾਂਦਾ ਹੈ ਤਾਂ ਉਹਨੂੰ 2800 ਦੇ ਵਿੱਚ ਅੰਡਰ ਬਿਡ ਕਰਕੇ ਲੈ ਰਹੇ ਆ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਇੱਕ ਤਾਂ ਚਲੋ ਕਹਿ ਲਓ ਵੀ ਉੱਦਾਂ ਹੀ ਇਕੋਨਮੀ ਦੇ ਕਰਕੇ ਬਹੁਤ ਮਾੜੀ ਸੀ ਸਿਚੁਏਸ਼ਨ, ਉੱਤੋਂ ਜਿਹੜੀ ਕਹਿ ਲਓ ਵੀ ਜਿਹੜੀ ਆਪਣੀ ਵੈਦਰ ਦੀ ਕਰੋਪੀ ਜਿਹੜੀ ਆ ਉਹ ਵੀ
ਇੱਕ ਹਿਸਾਬ ਦੇ ਨਾਲ ਉੱਤੇ ਆ ਗਈ। ਤੇ ਉਸ ਤੋਂ ਬਾਅਦ ਤੁਸੀਂ ਖੁਦ ਜਿਹੜਾ ਕੰਮ ਕਰ ਰਹੇ ਹੈਗੇ ਆ, ਇਹ ਉਸ ਸਾਰਿਆਂ ਨੂੰ ਭੈੜਾ ਆ, ਸਾਰਿਆਂ ਨੂੰ ਮਾੜਾ ਆ। ਤੁਸੀਂ ਜਿਹੜੇ ਹਿਸਾਬ ਦੇ ਨਾਲ ਇਸ ਵੇਲੇ ਤੁਸੀਂ ਰੇਟ ਬੀਟ ਕਰਕੇ ਇੱਕ ਦੂਜੇ ਦੇ ਲੋਡ ਲੈ ਰਹੇ ਆ, ਮੇਰੇ ਖਿਆਲ ਦੇ ਵਿੱਚ ਸ਼ਾਇਦ ਤੁਸੀਂ ਇਹ ਸੋਚ ਕੇ ਵੀ ਉਹਦੇ ਲੋਡ ਤੁਹਾਡੇ ਕੋਲ ਆ ਜਾਣਗੇ ਤੇ ਕੱਲ ਨੂੰ ਤੁਸੀਂ ਕਿੱਦਾਂ ਗੁਜ਼ਾਰਾ ਕਰਨਾ ਉਸ ਚੀਜ਼ ਦੇ ਨਾਲ, ਜਿਹੜੀ ਤੁਸੀਂ ਹਜ਼ਾਰ $1000 ਜਿਹੜਾ ਆ ਇੱਥੋਂ ਟੈਕਸਸ ਦੇ ਲੋਡਾਂ ਦੇ ਵਿੱਚ $1000 ਕੱਟ ਕਰਕੇ ਤੇ ਤੁਸੀਂ ਉਹਨੂੰ ਲੋਡ ਨੂੰ ਚੱਕ ਰਹੇ ਹੋ, ਤੇ ਉਹ ਲੋਡ ਕਿੱਥੇ ਕੰਮ ਆਊਗਾ? ਤੇ ਮਤਲਬ ਉਹ ਕਿੱਦਾਂ ਤੁਸੀਂ ਕਿੱਦਾਂ ਗੁਜ਼ਾਰਾ ਕਰੋਗੇ? ਉਹ ਛੱਡੋ ਜਿਹੜੇ ਲੋਡ ਗਏ ਉਹ ਕੀ ਕਰੂਗਾ, ਪਰ ਤੁਸੀਂ ਕਿੱਦਾਂ ਗੁਜ਼ਾਰਾ ਕਰੋਗੇ ਉਹਦੇ ਨਾਲ? ਸੋ ਇਹ ਜਿਹੜੀਆਂ ਚੀਜ਼ਾਂ ਆ, ਇਹ ਇਸ ਵੇਲੇ ਬਹੁਤ ਜ਼ਿਆਦਾ ਮਾਰ ਕਰ ਰਹੀਆਂ ਸਾਡੀ ਇੰਡਸਟਰੀ ਨੂੰ। ਸਾਡੀ ਜਿਹੜੀ ਪੰਜਾਬੀ ਟਰੱਕਿੰਗ ਇੰਡਸਟਰੀ ਆ ਉਹਦੇ ਵਿੱਚ ਇਹ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਇਸ ਵੇਲੇ, ਕਿਉਂਕਿ ਬਿਡਿੰਗ ਜਿਹੜੀ ਆ, ਜਿਹੜੇ ਬ੍ਰੋਕਰਸ ਹੈਗੇ ਆ ਉਹ ਬੈਕ ਟੂ ਬੈਕ ਹੁਣ ਉਹਨਾਂ ਨੂੰ ਪਤਾ ਲੱਗ ਗਿਆ। ਆਪਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਇਹੋ ਹੀ ਕੰਮ ਕਰਦੇ ਹੈਗੇ ਹਾਂ। ਸੋ ਇੱਕ ਦੂਜੇ ਨੂੰ ਅੰਡਰ ਬਿਡ ਕਰਦੇ, ਇੱਕ ਦੂਜੇ ਨੂੰ ਅੰਡਰ ਕੱਟ ਕਰਦੇ ਆ। ਸੋ ਇਸ ਕਰਕੇ ਮਾਹੌਲ ਤਾਂ ਪਹਿਲਾਂ ਹੀ ਬੜਾ ਖਰਾਬ ਆ, ਠੀਕ ਹੈ ਨਾ। ਇਹ ਤਾਂ ਆਪਣੀ ਜਿਹੜੀ ਇੰਡਸਟਰੀ ਹੈਗੀ ਆ ਇਸ ਵੇਲੇ, ਜਿਹੜੀ ਨਿਊਜ਼ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜੀ ਕੈਲੀਫੋਰਨੀਆ ਦੀ ਪ੍ਰੋਡਿਊਸ ਮਾਰਕੀਟ ਹੈਗੀ ਆ, ਕੈਲੀਫੋਰਨੀਆ ਦਾ ਪ੍ਰੋਡਿਊਸ ਹੈਗਾ, ਇਹ ਹੈ ਕਿ ਟਰੱਕਿੰਗ ਦੇ ਲਈ ਬੈਡ ਨਿਊਜ਼ ਹੈਗੀ ਆ, ਕਿਉਂਕਿ ਜਿਹੜਾ ਪ੍ਰੋਡਿਊਸ ਦਾ ਕੰਮ ਹੈਗਾ ਇਹ ਬਿਲਕੁਲ ਪਹਿਲਾਂ ਤਾਂ ਆਪਾਂ ਸੋਚ ਰਹੇ ਸੀ ਨਾ ਕਿ ਸ਼ਾਇਦ ਆਪਾਂ ਲੇਟ ਚੱਲੂਗਾ ਕੰਮ ਜੀ, ਪਰ ਇਸ ਵੇਲੇ ਲੱਗ ਰਿਹਾ ਕਿ ਸ਼ਾਇਦ ਇਹ ਚੱਲੇ ਹੀ ਨਾ, ਕਿਉਂਕਿ ਜਿਹੜੇ ਹਿਸਾਬ ਦੇ ਨਾਲ ਇਸ ਵੇਲੇ ਮੀਂਹ ਪੈ ਰਿਹਾ ਔਰ ਹਰ ਵੀਕ ਮੀਂਹ ਪੈਂਦਾ, ਹਰ ਵੀਕ ਜਿਹੜਾ ਪ੍ਰੋਬਲਮ ਹੋ ਰਹੀ ਆ। ਸੋ ਜਿਹੜੇ ਖੇਤ ਆ ਉਹਨਾਂ ਦੇ ਵਿੱਚ ਜਿਹੜੀ ਸਬਜ਼ੀਆਂ ਭਾਜੀਆਂ ਆ, ਮੈਨੂੰ ਲੱਗਦਾ ਹੀ ਨਹੀਂਗਾ ਕਿ ਇਸ ਵੇਲੇ ਇਹ ਸੀਜ਼ਨ ਜਿਹੜਾ ਇਹ ਚੱਲੂਗਾ। ਸੋ ਇਹ ਜਿਹੜੀ ਪ੍ਰੋਬਲਮ ਆ, ਇਹ ਪ੍ਰੋਬਲਮ ਬਹੁਤ ਲੰਮੀ ਹੋਣ ਵਾਲੀ ਆ। ਸੋ ਇਸ ਲੰਮੀ ਪ੍ਰੋਬਲਮ ਦੇ ਵਿੱਚ ਸਾਰਿਆਂ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ। ਜਿਹੜੇ ਅੰਡਰ ਕੱਟ ਕਰਕੇ ਕਿਸੇ ਦੇ ਲੋਡ ਚੱਕਣੇ, ਲੈਣੇ, ਕਰਨੇ, ਉਹ ਅਲਟੀਮੇਟਲੀ ਤੁਹਾਨੂੰ ਹੀ ਨੁਕਸਾਨ ਹੋਣਾ ਆ, ਉਹ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਉਸ ਚੀਜ਼ ਦਾ। ਅਲਟੀਮੇਟਲੀ ਜਿਹੜਾ ਬੰਦਾ ਲੋਡ ਅੰਡਰ ਕੱਟ ਕਰਦਾ ਉਹ ਵੀ ਫਿਰ ਥੱਲੇ ਜਾਂਦਾ। ਤੇ ਇੱਥੇ ਰਾਜਪੁਰ ਜਿਹੜੀ ਫਲੋਰੀਡਾ ਬੇਸਡ ਫਲੈਗਸ਼ਿਪ ਟਰਾਂਸਪੋਰਟ ਹੈਗੀ ਆ ਜੀ, ਉਹ ਵੀ ਇਸ ਵੀਕ ਜਿਹੜੀ ਆ ਉਹਨਾਂ ਨੇ ਆਪਣਾ ਬਿਜ਼ਨਸ ਬੰਦ ਕਰ ਦਿੱਤਾ ਹੈਗਾ। 455 ਡਰਾਈਵਰ ਜੌਬਸ, ਜਿਹੜੇ ਡਰਾਈਵਰਸ ਆ ਉਹ ਜੌਬ ਤੋਂ ਵਿਹਲੇ ਹੋ ਗਏ ਆ। ਸੋ ਇਹ ਕੰਪਨੀ ਵੀ ਕਾਫੀ ਵੱਡੀ ਸੀ, ਫਲੋਰੀਡਾ, ਇਹਦੇ ਮੈਡਲੀ ਫਲੋਰੀਡਾ ਦੇ ਵਿੱਚ ਇਹਦਾ ਹੈਡਕੁਆਟਰ ਹੈਗਾ। ਸੋ ਫਲੈਗਸ਼ਿਪ ਟਰਾਂਸਪੋਰਟ LLC ਜਿਹੜੀ ਕੰਪਨੀ ਹੈਗੀ ਆ ਮੈਡਲੀ ਫਲੋਰੀਡਾ ਦੀ, ਇਹਦੇ ਅਬਾਊਟ 455 ਦੇ ਕਰੀਬ ਜਿਹੜੇ ਡਰਾਈਵਰ ਆ ਉਹ ਮਤਲਬ ਕਿ ਜੌਬਲੈਸ ਹੋ ਗਏ ਆ। ਸੋ ਇਹਨਾਂ ਦੀ ਵੀ ਪ੍ਰੋਬਲਮ ਇਹੋ ਹੀ ਸੀਗੀ ਕਿ ਹੋਰ ਖਰਚਿਆਂ ਨੂੰ ਛੱਡੋ, ਇਹ ਇਸ ਵੇਲੇ ਪੇਰੋਲ ਵੀ ਪੂਰਾ ਨਹੀਂ ਸੀ ਕਰ ਪਾ ਰਹੇ। ਸੋ ਜਿਹੜੇ ਪ੍ਰੋਬਲਮਸ ਹੈਗੀਆਂ ਉਹ ਕਾਫੀ ਮਤਲਬ ਕਿ ਡੀਪ ਹੋ ਰਹੀਆਂ ਹੈਗੀਆਂ। 380 ਪਾਵਰ ਯੂਨਿਟ ਸੀਗੇ, 380 ਡਰਾਈਵਰ ਸੀਗੇ ਟੋਟਲ, 455 ਜਿਹੜੇ ਆ ਉਹ ਇਹਨਾਂ ਦੇ ਟੋਟਲ ਬੰਦੇ ਸੀਗੇ ਜਿਹੜੇ ਵਿਦਆਊਟ ਜੌਬਸ ਆ ਹੁਣ। ਸੋ ਪ੍ਰੋਬਲਮ ਅਗੇਨ ਵੱਡੀ ਆ, ਪਰ ਪ੍ਰੋਬਲਮ ਨੂੰ ਆਪਾਂ ਹੋਰ ਵੱਡੀ ਕਰ ਰਹੇ ਆ ਆਪਣੇ ਮਤਲਬ ਕਿ ਸੈਲਫ। ਇਹ ਮੈਡਲੀ ਵਾਲਾ ਤਾਂ ਰਮਨ ਜੀ ਇਦਾਂ ਹੀ ਲੱਗਦਾ ਜਿੱਦਾਂ ਬੇਕਰਸਫੀਲਡ ਵਾਲੀ ਕੰਪਨੀ ਦਾ ਜਿਹੜਾ ਹੋਇਆ ਸੀਗਾ ਵੀ ਵਿਚਾਰੇ ਕਈ ਹੁਣ ਡਰਾਈਵਰ ਆ ਉਹ ਅਨਪੇਡ ਨੇ, ਕੋਈ ਦੱਸ ਰਿਹਾ ਕਿਸੇ ਦੇ 8000, ਕਿਸੇ ਦੇ 10000। ਸੋ ਸੈਂਕੜੇ ਜਿਹੜੇ ਡਰਾਈਵਰ ਆ ਉਹਨਾਂ ਦਾ ਰਾਤੋਂ ਰਾਤ ਹੀ ਕਹਿ ਲਓ ਵੀ ਕੰਮ ਜਿਹੜਾ ਉਹ ਬੰਦ ਹੋ ਗਿਆ। ਕਈ ਜਿਹੜੇ ਚੈੱਕ ਚੱਕਣ ਗਏ ਸੀ ਕਹਿੰਦੇ ਨਾ ਉੱਥੇ ਕੋਈ ਸੁਪਰਵਾਈਜ਼ਰ, ਨਾ ਬੌਸ, ਨਾ ਮੈਨੇਜਰ, ਤੇ ਹੁਣ ਇਹ ਵੀ ਵਿਚਾਰੇ ਫਸੇ ਪਏ ਆ। ਇਹਨਾਂ ਦਾ ਵੀ ਕੰਮ ਬਹੁਤ ਖਰਾਬ ਹੋਊਗਾ ਫਿਰ। ਬਿਲਕੁਲ, ਜਿਹੜੇ ਆ ਇਹਦੇ ਵਿੱਚ ਹੈ ਕਿ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਕਈ ਇਹਨਾਂ ਦੇ ਕੋਲ ਜਿਹੜੇ ਇਹਨਾਂ ਦੇ ਡਰਾਈਵਰ ਕੰਮ ਕਰਦੇ ਸੀ, ਕਈ ਓਨਰ ਆਪਰੇਟਰ ਕੰਮ ਕਰਦੇ ਸੀਗੇ, ਕਾਫੀ ਜਿਹੜੇ ਇਸ ਵੇਲੇ ਆ। ਕਿਉਂਕਿ ਦੇਖੋ ਸਿਚੁਏਸ਼ਨ ਇਹ ਹੋ ਜਾਂਦੀ ਆ ਵੀ ਕਈ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਆ ਉਹ ਲਾਸਟ ਮਿੰਟ ਤੱਕ ਉਹ ਟਰਾਈ ਕਰਦੀਆਂ ਕਿ ਮਤਲਬ ਕਿ ਠੀਕ ਹੋ ਜਾਊਗਾ ਕੰਮ, ਸ਼ਾਇਦ ਠੀਕ ਹੋ ਜਾਊਗਾ। ਔਰ ਅੱਜ ਦੀ ਤਰੀਕ ਦੇ ਵਿੱਚ ਜੇ ਗੱਲ ਕਰੀਏ ਤੇ ਹਰ ਇੱਕ ਬੰਦਾ ਜਿਹੜਾ ਆ ਉਹ ਇਸ ਪ੍ਰੋਡਿਊਸ ਸੀਜ਼ਨ ਦੇ ਉੱਤੇ ਬੈਠਾ ਸੀਗਾ ਕਿ ਸਮਰ ਜਿਹੜੀ ਆ ਕਿ ਇਹ ਵਧੀਆ ਲੱਗ ਸਕਦੀ ਹੈ, ਸਮਰ ਦੇ ਵਿੱਚ ਜਿਹੜਾ ਕੰਮ ਹੋ ਸਕਦਾ। ਤੇ ਕਈ ਵਾਰੀ ਇਹ ਬਿਲਕੁਲ ਐਜ ਤੇ ਬੈਠੇ ਹੁੰਦੇ ਆ ਬੰਦੇ, ਠੀਕ ਆ। ਪਹਿਲਾਂ ਹੀ ਜਿੱਦਾਂ ਮੈਂ ਗੱਲ ਕਰਦਾ ਹੁੰਦਾ ਕਿ ਬਹੁਤ ਥਿਨ ਮਾਰਜਨ ਤੇ ਕੰਮ ਚੱਲਦਾ ਆ, ਬਹੁਤ ਮਾਰਜਨ ਥੋੜਾ ਆ, ਤੇ ਉਸ ਤੋਂ ਬਾਅਦ ਤੁਹਾਡੇ ਖਰਚੇ 30% ਵੱਧ ਜਾਣੇ, ਤੁਹਾਡੇ ਰੇਟ 30% ਘੱਟ ਜਾਣੇ, ਤੇ ਉਹ 60% ਦਾ ਜਿਹੜਾ ਗੈਪ ਆ ਉਹ ਕਿੱਥੋਂ ਪੂਰਾ ਕਰ ਲਓਗੇ ਤੁਸੀਂ? 1 ਮਹੀਨਾ ਕਰ ਲਓ, 2 ਕਰ ਲਓ, 3 ਕਰ ਲਓਗੇ। ਪਰ ਹੁਣ ਜਦੋਂ ਦਿਖ ਰਿਹਾ ਕਿ ਆਉਣ ਵਾਲੇ ਮਹੀਨੇ ਜਿਹੜੇ ਆ ਉਹ ਟੋਟਲੀ ਜਿਹੜੇ ਆ ਮਤਲਬ ਕਿ ਕਿਸੇ ਪਾਸੇ ਨਹੀਂ ਲੱਗ ਰਹੇ। ਸੋ ਅਨਕਲੀਅਰ ਹੈ ਇਸ ਵੇਲੇ, ਤੇ ਇਸ ਕਰਕੇ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਫੇਲ ਹੋ ਰਹੀਆਂ। ਜੀ, ਸੋ ਬਿਲਕੁਲ ਕਾਫੀ ਤਗੜੀ ਕੰਪਨੀ ਸੀ ਫਲੈਗਸ਼ਿਪ ਵਾਲੀ। ਇਹ ਵੀਅਰ, ਵਾਟਰ ਤੇ ਹੋਰ ਫਰੇਟ
ਜੋ ਟਰਾਂਸਪੋਰਟ ਕਰਦੇ ਸੀ। ਸੋ ਉਹਨਾਂ ਦੇ ਕਈ ਡਰਾਈਵਰ ਕਹਿੰਦੇ 1000 ਮੀਲ ਦੂਰ ਤੱਕ ਫਸੇ ਹੋਏ, ਜਿਸ ਤਰ੍ਹਾਂ ਰਾਜਕਨਵੀਰ ਸਿੰਘ ਹੁਣੀ ਦੱਸਿਆ ਆ ਵੀ 5000 ਤੋਂ ਲੈ ਕੇ 20,000 ਡਾਲਰ ਉਹਨਾਂ ਦਾ ਥੱਲੇ ਦੱਬਿਆ ਹੋਇਆ ਆ। ਫਲੈਗਸ਼ਿਪ ਟਰਾਂਸਪੋਰਟ ਕੱਲੀ ਇੱਕ ਕੰਪਨੀ ਨਹੀਂ ਸੀ, ਹੋਰ ਵੀ 3-4 ਕੰਪਨੀਆਂ ਨੂੰ ਓਨ ਕਰਦੀ ਸੀ, ਜਿੱਦਾਂ AKOI ਲੌਜਿਸਟਿਕ ਟਰੱਕਸ ਮੈਡਲੇ ਦੇ, ਇੱਕ ਹੋਰ ਗੇਬਲਸ ਟਰਾਂਸਪੋਰਟ, ਫਰੇਟ ਬ੍ਰੋਕਰੇਜ, ਫਲੈਗਸ਼ਿਪ ਫਰੇਟ। ਸੋ ਹੁਣ ਦੇਖੋ ਵੀ 450 ਜਿਹੜੇ 380 ਤਾਂ ਇਹਨਾਂ ਦੇ ਆਪਣੇ ਸੀ, ਤੇ ਬਾਕੀ ਜਿਹੜੇ ਹੋਰ ਓਨਰ ਆਪਰੇਟਰ ਵੀ ਕੰਮ 500 ਦੇ ਲਾਗੇ ਛਾਗੇ ਟਰੱਕ ਸੀਗੇ। ਸੋ ਇਹ ਕੰਪਨੀ ਇੱਕਦਮ ਸ਼ਟ ਡਾਊਨ ਹੋਈ ਆ। ਸੋ ਪੇਰੋਲ ਵਾਲਾ ਹੀ ਮੇਨ ਇਸ਼ੂ ਆ ਵੀ ਦੇਖੋ ਪੇਰੋਲ ਵੀ ਨਹੀਂ ਅਫੋਰਡ ਹੁੰਦਾ ਸੀ। ਤੇ ਸੋ ਸਿਚੁਏਸ਼ਨ ਇਹ ਤੋਂ ਲੱਗਦਾ ਆ ਵੀ ਕਾਫੀ ਇਸ ਟਾਈਮ ਟਰੱਕਿੰਗ ਦੇ ਵਿੱਚ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਆ। ਜਿਸ ਤਰ੍ਹਾਂ ਆਪਾਂ ਸੋਚਦੇ ਸੀ ਵੀ ਹੋਪਫੁਲੀ ਸ਼ਾਇਦ ਇਸ ਸਾਲ ਦੇ ਵਿੱਚ ਪਹਿਲਾ ਕੁਆਟਰ ਤਾਂ ਹੁਣ ਖਤਮ ਹੋਣ ਵਾਲਾ ਹੀ ਆ, ਵੀ ਹੋਪਫੁਲੀ ਸੈਕੰਡ ਕੁਆਟਰ ਦੇ ਵਿੱਚ ਪਿਕਅਪ ਹੋਊਗੀ, ਪਰ ਲੱਗਦਾ ਨਹੀਂ ਹੈ। ਇੱਕ ਤਾਂ ਸਾਰਾ ਕੁਛ ਜਿਹੜਾ ਇਕਵਿਪਮੈਂਟ ਦਾ ਇੰਨੀ ਮਹਿੰਗਾਈ ਆ, ਗੈਸ ਦੀ ਆਪਰੇਟਿੰਗ ਕਾਸਟ ਬਹੁਤ ਹਾਈ ਆ। ਦੂਜਾ ਕੈਲੀਫੋਰਨੀਆ ਦੇ ਵਿੱਚ ਵੈਦਰ ਨੇ ਬੜਾ ਜਿਹੜਾ ਆ ਨੁਕਸਾਨ ਕੀਤਾ ਹੈਗਾ। ਜੀ ਬਿਲਕੁਲ, ਇਸ ਵੇਲੇ ਤਾਂ ਬਹੁਤ ਜ਼ਿਆਦਾ ਜਿਹੜਾ ਇਹ ਪ੍ਰੋਬਲਮ ਖੜੀ ਹੋ ਗਈ ਆ, ਔਰ ਵੈਦਰ ਜਿਹੜੀ ਆ ਇਹ ਤਾਂ ਇੱਕ ਉਹ ਇਸ਼ੂ ਹੈਗਾ ਜਿਹੜਾ ਕਿ ਆਪਣੀ ਪਾਵਰ ਦੇ ਵਿੱਚ ਨਹੀਂ ਹੈਗਾ। ਸੋ ਆਪਣੇ ਬਿਲਕੁਲ ਕਹਿ ਲਓ ਵੀ ਕੰਟਰੋਲ ਦੇ ਵਿੱਚ ਨਹੀਂ ਹੈਗਾ। ਸੋ ਇਸ ਕਰਕੇ ਇਸ਼ੂਜ਼ ਬਹੁਤ ਜ਼ਿਆਦਾ ਆ ਜੀ। ਸੋ ਬਿਲਕੁਲ ਸਰੋਤਿਓ, ਤੁਸੀਂ ਕਿੱਦਾਂ ਸਰਵਾਈਵ ਕਰ ਰਹੇ ਆ, ਕਿੱਦਾਂ ਚੱਲ ਰਿਹਾ ਤੁਹਾਡਾ? ਹੋਰ ਆਪਣਾ ਭੈਣ ਭਰਾ ਜੇ ਇਸ ਬਿਜ਼ਨਸ ਦੇ ਵਿੱਚ ਆ, ਉਹਦੇ ਲਈ ਕੋਈ ਪੋਜ਼ਿਟਿਵ ਪੁਆਇੰਟ ਆ, ਕਿਸ ਤਰ੍ਹਾਂ ਸਰਵਾਈਵ ਕਰ ਸਕਦਾ? ਤੁਹਾਡਾ ਕੋਈ ਕੁਐਸਚਨ ਆ, ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 408 272 5200। ਤੇ ਰਮਨ ਜੀ, ਇੱਕ ਜਿਹੜਾ ਲੋਡ ਬੋਰਡਸ ਨੂੰ ਲੈ ਕੇ ਫਰੇਟਵੇਜ਼ ਨੇ ਆਰਟੀਕਲ ਜਿਹੜਾ ਅੱਜ ਛਾਪਿਆ ਹੈ ਵੀ ਲੋਡ ਬੋਰਡਸ ਆਰ ਬ੍ਰੋਕਨ, ਵੀ ਇਹ ਬਹੁਤ ਕ੍ਰਿਟੀਕਲ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਪਈ ਆ। ਗੋਸਟ ਲੋਡਸ, ਬੇਟ ਐਂਡ ਸਵਿਚ ਪੋਸਟ, ਇਨਐਕੂਰੇਟ ਜਿਹੜੀ ਉੱਥੇ ਇਨਫੋਰਮੇਸ਼ਨ ਆ, ਡਬਲ ਬ੍ਰੋਕਰਿੰਗ, ਇਹ ਲੋਡ ਬੋਰਡਸ ਦੀ ਕਹਿੰਦੇ ਇੱਕ ਵੱਡੀ ਇਸ ਟਾਈਮ ਪ੍ਰੋਬਲਮ ਆ ਰਹੀ ਆ। ਸੋ ਇਹ ਮੇਨ ਸਟ੍ਰੀਮ ਦੇ ਵਿੱਚ ਇਹ ਦੇਖੋ ਲੋਕ ਤਾਂ ਆਪਸ ਦੇ ਵਿੱਚ ਤਾਂ ਇਹ ਗੱਲਾਂ ਕਰਦੇ ਸੀ ਸਕੈਮ ਹੋਇਆ, ਆਹ ਪ੍ਰੋਬਲਮ ਹੋਈ, ਉੱਦਾਂ ਹੋਈ। ਸੋ ਹੁਣ ਜਿੱਦਾਂ ਫਰੇਟਵੇਵਜ਼ ਨੇ ਵੀ ਇਹ ਮੁੱਦਾ ਜਿਹੜਾ ਉਹ ਚੱਕਿਆ, ਤੁਹਾਨੂੰ ਕੀ ਲੱਗਦਾ ਇਸ ਪੂਰੇ ਮਾਮਲੇ ਦੇ ਵਿੱਚ ਇਕੱਲੇ ਆਪਣੇ ਨਹੀਂ ਹਨ, ਮਤਲਬ ਹੋਰ ਵੀ ਬਹੁਤ ਸਾਰੇ ਲੋਕ ਇਸ ਦੇ ਸਕੈਮ ਦੇ ਵਿੱਚ ਫਸ ਰਹੇ ਸੀਗੇ? ਬਿਲਕੁਲ ਰਾਜਕਰਨ, ਜਦੋਂ ਇਦਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਫਿਰ ਇਦਾਂ ਦੇ ਮਾਮਲੇ ਜਿਹੜੇ ਉੱਠਣੇ ਸ਼ੁਰੂ ਹੋ ਜਾਂਦੇ ਆ, ਕਿਉਂਕਿ ਜਿਹੜੇ ਫਰੇਟ ਲੋਡ ਬੋਰਡ ਹੈਗੇ ਆ ਉਹ ਐਕਚੁਅਲੀ ਗਰਾਊਂਡ ਜ਼ੀਰੋ ਹੈਗੇ ਇਹਨਾਂ ਸਾਰੀਆਂ ਸਕੈਮਸ ਦੇ, ਇਹਨਾਂ ਸਾਰੀਆਂ ਚੀਜ਼ਾਂ ਹੈਪਨ ਹੋਣ ਦੇ। ਸੋ ਜਿਹੜੇ ਲੋਡ ਹੈ ਇਸ ਵੇਲੇ, ਕਿਉਂਕਿ ਹੁਣ ਇਹ ਬਹੁਤ ਗੱਲ ਜਿਹੜੀ ਆ ਇਹ ਸਾਹਮਣੇ ਆ ਰਹੀ ਹੈ ਕਿ ਐਕਚੁਅਲ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਤੇ ਉਹ ਲੋਡ ਬੋਰਡ ਤੇ ਹੀ ਹੋ ਰਿਹਾ। ਇਹ ਲੋਡ ਬੋਰਡ ਜਿਹੜੇ ਹੈਗੇ ਆ ਉਹ ਕਿਸ ਤਰ੍ਹਾਂ ਜਿਹੜੇ ਇਨਐਕੂਰੇਟ ਲੋਡ ਹੈਗੇ ਆ, ਜਾਂ ਜਿਹੜੀਆਂ ਕੰਪਨੀਆਂ ਗਲਤ ਹੈਗੀਆਂ, ਖਰਾਬ ਹੈਗੀਆਂ, ਕਿਸ ਤਰ੍ਹਾਂ ਉਹਨਾਂ ਨੂੰ ਇਹ ਉੱਥੇ ਲੋਡ ਪੋਸਟ ਕਰਨ ਦਿੰਦੇ, ਜਾਂ ਕਿਸ ਤਰ੍ਹਾਂ ਉਹ ਇਹਦਾ ਪਾਰਟ ਬਣ ਜਾਂਦੀਆਂ, ਕਿਵੇਂ ਮਤਲਬ ਕਿ ਕਿਹੜੀ ਸਕਰੂਟਨੀ ਕੀਤੀ ਜਾਂਦੀ ਆ ਜਦੋਂ ਕੋਈ ਕੰਪਨੀ ਸਾਈਨ ਅਪ ਕਰਦੀ ਆ? ਕੋਈ ਸਕਰੂਟਨੀ ਨਹੀਂ, ਕੋਈ ਕੁਛ ਨਹੀਂ ਗਾ, ਕੋਈ ਵੀ ਆਪਣਾ ਉੱਠ ਕੇ ਬੁੱਕ ਕਰਕੇ ਆਪਣੀ ਕਰ ਸਕਦਾ। ਸੋ ਜਿੱਦਾਂ ਹੁਣ ਅੱਗੇ ਹੁੰਦਾ ਸੀਗਾ ਕਿ ਜਿਹੜੀ ਹੁਣ ਗੱਲ ਚੱਲ ਰਹੀ ਹੈਗੀ ਆ ਉਹਦੇ ਵਿੱਚ ਇਹ ਆਸ ਆ ਕਿ ਜਿਸ ਤਰ੍ਹਾਂ ਆਪਣੇ FMCSA ਦੇ ਉੱਤੇ ਜਾਂ ਆਪਣੀ ਸਾਈਡ ਦੇ ਉੱਤੇ ਜਾ ਕੇ ਸੇਫਰ ਦੀ ਸਾਈਡ ਦੇ ਉੱਤੇ ਤੁਹਾਡੇ ਕੋਲ 2 ਟਰੱਕ ਹੈਗੇ ਆ ਜਾਂ 1 ਟਰੱਕ ਆ, ਤੇ ਤੁਸੀਂ ਜਾ ਕੇ ਲੋਡ ਬੋਰਡ ਦੇ ਉੱਤੇ 10 ਲੋਡ ਪੋਸਟ ਕੀਤੇ ਆ, ਤੇ ਦੈਟ ਡਜ਼ਨਟ ਮੇਕ ਐਨੀ ਸੈਂਸ। ਦੈਟਸ ਅ ਕਲੀਅਰ ਇੰਡੀਕੇਸ਼ਨ ਕਿ ਕੋਈ ਡਬਲ ਬ੍ਰੋਕਰਿੰਗ ਕਰ ਰਿਹਾ ਹੈਗਾ। ਸੋ ਇਹ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਲੋਡ ਬੋਰਡ ਦੇ ਵਿੱਚ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲਣਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਣਗੀਆਂ। ਹੁਣ ਜਿਸ ਤਰ੍ਹਾਂ ਐਮਾਜ਼ੋਨ ਨੇ ਇਹਨੂੰ ਲੋਡ ਡਬਲ ਬ੍ਰੋਕਰਿੰਗ ਨੂੰ ਰੋਕਣਾ ਸ਼ੁਰੂ ਕੀਤਾ ਹੈ ਕਿ ਜਦੋਂ ਤੁਸੀਂ ਉੱਥੇ ਤੁਹਾਡੇ ਕੋਲ 1 ਟਰੱਕ ਤੁਹਾਡਾ ਹੈਗਾ ਤੇ ਤੁਸੀਂ ਇੱਕ ਦਿਨ ਦੇ ਵਿੱਚ 5 ਲੋਡ ਚੱਕ ਰਹੇ ਹੋ, ਕਿੱਦਾਂ ਚੱਕ ਰਹੇ ਹੋ ਤੁਸੀਂ? ਤੇ ਇੱਦਾਂ ਹੀ ਜਿਹੜੇ ਇਹ ਲੋਡ ਬੋਰਡ ਹੈਗੇ ਆ ਇਹਨਾਂ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਇਹ ਆਉਣੀਆਂ ਸ਼ੁਰੂ ਹੋ ਜਾਣੀਆਂ। ਔਰ ਅੱਜ ਕੱਲ੍ਹ ਦੂਸਰੀ ਚੀਜ਼ ਜਿਹੜੀ ਆ ਕਿ ਬਹੁਤ ਜਿਹੜੇ ਲੋਡ ਬ੍ਰੋਕਰ ਹੈਗੇ ਆ ਉਹ ਤੁਹਾਨੂੰ ਡਬਲ ਬ੍ਰੋਕਰਿੰਗ ਕਰ ਨਹੀਂ ਦਿੰਦੇ ਕਦੀ ਵੀ, ਪਹਿਲਾਂ ਵੀ ਨਹੀਂ ਸੀ ਕਰਨ ਦਿੰਦੇ, ਹੁਣ ਉਹ ਜੇ ਤੁਹਾਡੀ ਲੋਡ ਬ੍ਰੋਕਰਿੰਗ ਡਬਲ ਬ੍ਰੋਕਰਿੰਗ ਤੁਹਾਡੀ ਲੱਭ ਲੈਂਦੇ ਆ ਤੇ ਉਹ ਜਿਹੜੀ ਕੈਰੀਅਰ 411 ਸਾਈਟ ਹੈਗੀ ਉਹ ਤੇ ਤੁਹਾਡਾ ਪਾ ਦਿੰਦੇ, ਤੁਹਾਡੀ ਕੰਪਨੀ ਬੰਦ ਹੋਣ ਦੇ ਕਿਨਾਰੇ ਚਲੀ ਜਾਂਦੀ ਆ, ਕਿਉਂਕਿ ਤੁਹਾਨੂੰ ਮੁੜ ਕੇ ਕੋਈ ਬ੍ਰੋਕਰ ਲੋਡ ਨਹੀਂ ਦਿੰਦਾ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਡਬਲ ਬ੍ਰੋਕਰੇਜ ਜਿਹੜੀ ਆ ਇਹ ਜਾਂ ਜਿਹੜੇ ਗੋਸਟ ਲੋਡ ਆ
ਜਾਂ ਬੇਟ ਐਂਡ ਸਵਿਚ ਪੋਸਟ ਆ ਜਿਹੜੀਆਂ ਕਿ ਉੱਤੇ ਸਿਰਫ ਤੁਹਾਨੂੰ ਕਾਲ ਕਰਨ ਲਈ ਪਾਈਆਂ ਜਾਂਦੀਆਂ, ਉਹਨਾਂ ਦੇ ਉੱਤੇ ਟਰੱਕ ਸਟਾਪ ਹੀ ਜਿਹੜਾ ਆ ਆਪਣਾ ਆਪਣਾ ਲੋਡ ਬੋਰਡ ਆ ਉਹ ਹੀ ਮੇਨ ਜਿਹੜਾ ਕਲਪਰਟ ਹੈਗਾ ਕਿ ਉਹ ਪੂਰੀ ਤਰੀਕੇ ਦੇ ਨਾਲ ਉਹਨਾਂ ਨੂੰ ਕੋਖ ਪੜਤਾਲ ਨਹੀਂ ਕਰਦਾ, ਡਬਲ ਬ੍ਰੋਕਰਿੰਗ ਨੂੰ ਰੋਕਦਾ ਨਹੀਂ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ 'ਚ ਕਾਫੀ ਚੀਜ਼ਾਂ ਜਿਹੜੀਆਂ ਉਹ ਠੀਕ ਹੋਣਗੀਆਂ ਇਹਦੇ ਵਿੱਚ। ਜੀ ਜੀ ਬਿਲਕੁਲ। ਤੇ ਚਲੋ ਜਿੱਦਾਂ ਇਹ ਊਬਰ ਨੇ ਜਿੱਦਾਂ ਤੁਸੀਂ ਦੱਸਿਆ ਵੀ ਸੌਰੀ ਐਮਾਜ਼ੋਨ ਵਾਲਿਆਂ ਨੇ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਵਾਲੇ ਤਾਂ ਕਿੱਦਾਂ ਇੰਨੇ ਇੱਕ ਦਿਨ 'ਚ ਜਿਹੜੇ ਉਹ ਚੱਕ ਰਹੇ ਆ। ਸੋ ਇਹ ਚੈੱਕਸ ਐਂਡ ਬੈਲੈਂਸਿਸ ਤਾਂ ਡੈਫੀਨੇਟਲੀ ਚਾਹੀਦੇ ਆ, ਲੋਕ ਜਿਹੜੇ ਉਹ ਬਚਣ। ਆਲਦੋ ਆਪਾਂ ਬਹੁਤ ਵਾਰੀ ਜਿਹੜਾ ਇਹ ਤੁਸੀਂ ਰਮਨ ਜੀ ਦੱਸਿਆ ਹੀ ਆ ਵੀ ਇੱਦਾਂ ਦੀਆਂ ਚੀਜ਼ਾਂ ਰੈੱਡ ਫਲੈਗਸ ਤੋਂ ਜਿਹੜਾ ਉਹ ਬਚ ਕੇ ਰਹੋ, ਅਤੇ ਉਹ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਧਿਆਨ ਰੱਖਿਆ ਕਰੋ। ਐਵੇਂ ਬਾਅਦ ਦੇ ਵਿੱਚ ਰਗੜ ਹੋ ਜਾਂਦੇ ਆ, ਕਿਸੇ ਦਾ ਟ੍ਰੇਲਰ ਚੱਕੀ ਫਿਰਦੇ ਆ, ਫਿਰ ਉਹ ਪਤਾ ਨਹੀਂ ਹੁੰਦਾ ਵੀ ਲਾਉਣਾ ਕਿੱਥੇ ਆ, ਨਾ ਅਗਲੇ ਚੱਕਦੇ ਆ ਨਾ ਹੋਰ, ਅਤੇ ਹੋਰ ਵਾਧੂ ਦੀ ਸਮੱਸਿਆ ਤੁਹਾਡੇ ਸਿਰ ਜਿਹੜੀ ਉਹ ਆਉਣ ਪੈਂਦੀ ਹੈਗੀ ਆ। ਸੋ ਡੈਫੀਨੇਟਲੀ ਕੁਛ ਕੁ ਫੇਸਬੁੱਕ ਤੇ ਵੀ ਰਾਜਕਰਮੀਤ ਸਿੰਘ ਜੀ ਕੁਐਸਚਨ ਹੈਗੇ ਆਪਣੇ ਜੱਸੀ ਸਿੰਘ ਹੁਣੀ ਕਹਿੰਦੇ ਆ ਵੀ ਹਜੇ ਵੀ ਟਰੱਕਾਂ ਦੀ ਪ੍ਰਾਈਸ 1,90,000 ਦੇ ਕਰੀਬ ਹੈਗੀ ਆ, ਤੇ ਫਰੇਟ ਦੀ ਪ੍ਰਾਈਸ $2 ਤੋਂ ਵੀ ਥੱਲੇ ਆ। ਸੋ ਪਿਛਲੇ ਸਾਲ ਟਰੱਕਾਂ ਦੀ ਪ੍ਰਾਈਸ ਤਾਂ ਮੇਰੇ ਖਿਆਲ ਨਾਲ ਰਮਨ ਜੀ 250, 55, 75 ਤੱਕ ਵੀ ਪਹੁੰਚ ਗਈ ਸੀ। ਦੇਖੋ ਅਜੇ ਵੀ ਜਿਹੜੇ ਤੁਹਾਡੇ ਇਸ ਵੇਲੇ ਜਿਹੜੇ ਟਰੱਕਾਂ ਦੀ ਪ੍ਰਾਈਸ ਹੈਗੀ ਆ, ਇਹ ਡੈਫੀਨੇਟਲੀ ਬਿਲਕੁਲ ਸੱਚੀ ਗੱਲ ਹੈਗੀ ਆ, ਅਜੇ ਵੀ ਇੱਥੇ ਹੀ ਪ੍ਰਾਈਸ ਤੁਰੀ ਫਿਰਦੀ ਆ। ਔਰ ਜਿਹੜੇ ਮੋਸਟਲੀ ਡੀਲਰਸ ਵਗੈਰਾ ਹੈਗੇ ਆ, ਮੋਸਟਲੀ ਲੋਕੀ ਹੈਗੇ ਆ ਜਿਹੜੇ ਟਰੱਕ ਸੇਲਸ ਦੇ ਵਿੱਚ ਹੈਗੇ ਆ ਜਾਂ ਟ੍ਰੇਲਰ ਸੇਲਸ ਹੈਗੇ ਆ, ਸੋ ਉਹਨਾਂ ਨੂੰ ਇਹ ਪਤਾ ਆ ਕਿ ਜਿਹੜੀ ਇਸ ਵੇਲੇ ਇੱਕ ਉਹ ਸਕੇਅਰਸਿਟੀ ਜਾਂ ਉਹ ਚੀਜ਼ ਸ਼ੁਰੂ ਕੀਤੀ ਜਾ ਰਹੀ ਆ ਕਿ ਜਿੱਥੇ ਕਿ ਉਹ ਡਿਮਾਂਡ ਬਹੁਤ ਵੱਧ ਜਾਣੀ ਆ। ਸੋ ਹੋ ਸਕਦਾ ਕੱਲ੍ਹ ਨੂੰ ਤੁਹਾਨੂੰ ਟਰੱਕ ਨਾ ਮਿਲੇ, ਹੋ ਸਕਦਾ ਕੱਲ੍ਹ ਨੂੰ ਤੁਹਾਨੂੰ ਟਰੱਕ ਨਾ ਆਵੇ। ਸੋ ਇਹੋ ਜਿਹੇ ਟੈਕਟਿਕਸ ਜਿਹੜੇ ਕਰਕੇ ਤੇ ਕਈ ਵਾਰੀ ਇਹ ਸੁਣਨ ਨੂੰ ਆ ਜਾਂਦਾ ਕਿ ਕੋਈ ਕਹਿ ਰਿਹਾ ਕਿ 100 ਟਰੱਕ ਹੀ ਆਉਣਾ ਸਾਡੀ ਡੀਲਰਸ਼ਿਪ ਨੂੰ, ਕਿ ਅੱਗੇ ਅਸੀਂ 500 ਮੰਗਵਾਉਂਦੇ ਸੀਗੇ ਜਾਂ 200 ਮੰਗਵਾਉਂਦੇ ਸੀ ਜਾਂ 50 ਹੀ ਮਿਲਣੇ ਆ। ਸੋ ਉਹ ਚੀਜ਼ ਜਿਹੜੀ ਆ ਉਹ ਇੱਕ ਚੀਜ਼ ਇਸ ਵੇਲੇ ਕ੍ਰੀਏਟ ਹੋ ਰਹੀ ਆ ਕਿ ਉਹਦੇ ਵਿੱਚ ਤੁਹਾਨੂੰ ਇਹ ਚੀਜ਼ ਸੋਚਣ ਦੇ ਮਜਬੂਰ ਕੀਤਾ ਜਾ ਰਿਹਾ ਵੀ ਸ਼ਾਇਦ ਹੋ ਸਕਦਾ ਮੈਨੂੰ ਟਰੱਕ ਨਹੀਂ ਮਿਲਣਾ ਬਾਅਦ ਦੇ ਵਿੱਚ। ਜੀ ਸੋ ਸੇਮ ਰੀਅਲ ਸਟੇਟ ਵਾਲਾ ਫੋਲੋ ਕਰ ਰਿਹਾ ਵੀ ਦੇਖੋ ਜੀ ਲੋਕ ਬਹੁਤ ਰਹਿੰਦੇ ਆ ਤੇ ਜਿਹੜੇ ਰੀਅਲ ਘਰ ਹੈਗੇ ਉਹ ਘੱਟ ਆ, ਇਸ ਕਰਕੇ ਮਿਲਣੇ ਨਹੀਂ ਹੈ। ਹਾਲਾਂਕਿ ਕੋਈ ਐਕਟੀਵਿਟੀ ਨਹੀਂ ਹੋ ਰਹੀ ਰੀਅਲ ਸਟੇਟ ਦੇ ਵਿੱਚ, ਟੋਟਲੀ ਡੈਡ ਬਿਜ਼ਨਸ ਆ, ਪ੍ਰਾਈਸਿਸ ਘਟ ਰਹੀਆਂ, ਥੋੜ੍ਹੀਆਂ ਘਟ ਰਹੀਆਂ। ਸੋ ਇਹੀ ਹਾਲ ਮੈਨੂੰ ਲੱਗਦਾ ਨਵੇਂ ਟਰੱਕਾਂ ਦੇ ਵਿੱਚ। ਤੁਸੀਂ ਇਹ ਗੱਲ ਕਰਦੇ ਜਿਹੜਾ 1,90,000 ਦਾ ਟਰੱਕ ਦੀ ਗੱਲ ਕਰ ਰਹੇ, ਮੈਂ ਉਹਦੀ ਤਾਂ ਤੁਸੀਂ ਕਿੱਥੋਂ ਤੁਸੀਂ ਅਫੋਰਡ ਕਰ ਲੈਣੀ ਹੈ ਪੇਮੈਂਟ। ਮੈਂ ਕਹਿੰਦਾ 1.5 ਲੱਖ ਦੀ 1,40,000 ਵਾਲੇ ਟਰੱਕ ਦੀ ਵੀ ਇਸ ਵੇਲੇ ਅਫੋਰਡ ਕਰਨੀ ਔਖੀ ਹੋ ਪਾ ਰਹੀ ਹੈ, $1,00,000 ਦੇ ਟਰੱਕ ਦੀ ਵੀ ਅਫੋਰਡ ਕਰਨੀ ਔਖੀ ਹੋ ਪਾ ਰਹੀ ਹੈ। ਠੀਕ ਹੈ ਨਾ, ਇਹ ਤਾਂ ਸਰਾਸਰ ਜਿਹੜੀ ਆ ਉਹ ਮਤਲਬ ਹੈਗਾ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਆਹ ਮਾਰਕੀਟ ਜਿਹੜੀ ਹੈ ਇਸ ਵੇਲੇ ਡਰਾਈਵ ਕਰੋ। ਐਟਲੀਸਟ ਆਉਣ ਵਾਲੇ 2 ਸਾਲ ਡਰਾਈਵਰ ਦੀ ਮਾਰਕੀਟ ਬਹੁਤ ਵਧੀਆ ਹੈਗੀ ਆ, ਡਰਾਈਵ ਕਰੋ, ਐਕਸਪੀਰੀਅੰਸ ਹੋਰ ਲੈ ਲਓ, ਕੋਈ ਫਰਕ ਨਹੀਂ ਪੈਂਦਾ, ਕੋਈ ਚੱਕਰ ਨਹੀਂ ਗਾ, ਤੁਹਾਨੂੰ ਥੋੜਾ ਟਾਈਮ ਲੱਗ ਜਾਊਗਾ। ਪਰ ਲੇਕਿਨ ਤੇ ਮਹਿੰਗਾ ਲੈ ਕੇ ਹੁਣ ਆਪਾਂ ਮਹਿੰਗੇ ਦੇਖੇ ਹੀ ਆ, ਜਿਹੜੇ ਪਿਛਲੇ ਇਸ ਵੇਲੇ ਜਿਨ੍ਹਾਂ ਲੋਕਾਂ ਨੇ ਇੰਨੇ ਮਹਿੰਗੇ ਟਰੱਕ ਲਏ ਸੀ ਉਹਨਾਂ ਦਾ ਕੀ ਹਾਲਤ ਹੋ ਰਹੀ ਹੈ ਇਸ ਵੇਲੇ, ਕਿੱਦਾਂ ਚੱਲ ਰਿਹਾ। ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਵੇਂ ਫਿਰ ਏਦਾਂ ਦੀ ਪ੍ਰਾਈਸ ਜਿਹੜੀ ਆ ਉਹ ਪੇ ਕਰ ਰਹੇ ਆ ਲੋਕੀ। ਜੀ ਕੀ ਕਿਤੇ ਇਹ ਤਾਂ ਨਹੀਂ ਆ ਵੀ ਜਿਹੜੀਆਂ ਕੰਪਨੀਆਂ ਦੇ ਕੋਲ ਕਾਫੀ ਮਨੀ ਸੀਗੀ ਸਿਰਫ ਉਹ ਕਰ ਰਹੇ ਆ, ਜਾਂ ਇਹ ਜਿਹੜੇ ਹੁਣ ਪੇ ਕਰ ਰਹੇ ਆ ਇਹ ਓਨਰ ਓਪਰੇਟਰ ਆ ਜਿਹੜੇ ਨਵੇਂ ਆਉਣਾ ਚਾਹ ਰਹੇ ਉਹ ਵਾ, ਜਾਂ ਡਿਫਰੈਂਟ ਕੰਪਨੀਆਂ ਜਿਹੜੀਆਂ ਬਾਏ ਕਰ ਰਹੀਆਂ ਇਸ ਟਾਈਮ? ਰਾਜ ਜਿਹੜੀਆਂ ਕੰਪਨੀਆਂ ਹੈਗੀਆਂ ਨਾ ਇਸ ਵੇਲੇ, ਜਿਹੜੀਆਂ ਐਸੈਟ ਬੇਸ ਕੰਪਨੀ ਹੈਗੀਆਂ, ਉਹਨਾਂ ਦੇ ਰੇਟਸ ਇਹ ਨਹੀਂ ਹੈਗੇ। ਉਹਨਾਂ ਦੇ ਰੇਟ ਜਿਹੜੇ ਆ ਉਹ ਉਹਨਾਂ ਦੇ ਟਰੱਕ ਜਿਹੜੇ ਆ ਉਹਨਾਂ ਨੂੰ ਉਹਨਾਂ ਦੇ ਰੇਟ ਤੇ ਮਿਲਦੇ ਹੈਗੇ। ਯੈਸ, ਉਹਨਾਂ ਦੇ ਰੇਟ ਵੀ ਵਧੇ ਹੈਗੇ ਆ, ਇਹ ਨਹੀਂ ਮੈਂ ਕਹਿ ਰਿਹਾ ਵੀ ਉਹਨਾਂ ਨੂੰ ਉਹੀ 1,40,000 ਦਾ ਟਰੱਕ ਮਿਲਦਾ ਆ। ਕੁਝ ਕੰਪਨੀਆਂ ਨੂੰ ਹੋ ਸਕਦਾ ਜਿਨ੍ਹਾਂ ਦਾ ਬਹੁਤ ਵੱਡੇ ਆਰਡਰ ਹੋਣ, ਸ਼ਾਇਦ ਹੋ ਸਕਦਾ ਮਿਲਦੇ ਹੋਣ, ਪਰ ਮੈਜੋਰਟੀ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਵੀ ਰੇਟ ਵਧੇ ਆ। ਜੇ ਹੁਣ ਕਿਸੇ ਐਸਿਡ ਬੇਸ ਕੰਪਨੀ ਦੇ ਟਰੱਕ ਦਾ ਰੇਟ 10,000 ਜਾਂ 20,000 ਵਧਿਆ ਹੈਗਾ ਤੇ ਬਾਹਰਲੀ 50-60,000 ਵਧਿਆ ਹੈਗਾ ਸਿੰਗਲ ਓਨਰ ਆਪਰੇਟਰ ਦੀ। ਠੀਕ ਹੈ ਨਾ, ਸੋ ਇਸ ਕਰਕੇ ਜਿਹੜਾ ਸਿੰਗਲ ਟਰੱਕ ਲੈਣੇ ਹੈਗੇ ਜਾਂ ਜਿਹਨੇ ਵੀ ਇਹ ਕੰਮ ਕਰਨਾ ਹੈਗਾ, ਆਈ ਡੋਂਟ ਥਿੰਕ ਸੋ ਕਿ ਮੇਰੇ ਖਿਆਲ ਦੇ ਵਿੱਚ ਇਹ ਤਾਂ ਮੇਰੇ ਕਹਿਣ ਦੀ ਵੀ ਲੋੜ ਨਹੀਂ ਹੈਗੀ ਵੀ ਇਹ ਪ੍ਰਾਈਸ ਦੇ ਉੱਤੇ ਟਰੱਕ ਲੈਣਾ ਜਿਹੜਾ ਬਿਲਕੁਲ ਖਤਰਨਾਕ ਹੈਗਾ ਇਸ ਵੇਲੇ। ਪਰ ਜੇ ਤੁਸੀਂ
ਇਸ ਵੇਲੇ ਡਰਾਈਵ ਕਰਦੇ ਹੈਗੇ ਆ ਕਿਸੇ ਕੰਪਨੀ ਲਈ, ਤੇ ਆਈ ਥਿੰਕ ਮੋਰ ਦੈਨ ਸਫੀਸ਼ੀਐਂਟ ਇਨਕਮ ਹੈਗੀ ਆ, ਤੁਸੀਂ ਹੈਪੀਲੀ ਉਹਦੇ ਵਿੱਚ ਸਰਵਾਈਵ ਕਰ ਸਕਦੇ ਹੈਗੇ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਪਰ ਡੈਫੀਨੇਟਲੀ ਜਿਹੜਾ ਇਸ ਵੇਲੇ ਮਾਹੌਲ ਹੈਗਾ ਇੰਨੀ ਪ੍ਰਾਈਸ ਵਾਲਾ ਤਾਂ ਬਿਲਕੁਲ ਨਹੀਂ, ਇਹ ਤਾਂ ਬਿਲਕੁਲ ਸਕੇਰੀ ਹੈਗਾ। ਜੀ ਸੋ ਤੇ ਜੇ ਤੁਹਾਡਾ ਵੀ ਕੋਈ ਸਵਾਲ ਆ ਟਰੱਕਿੰਗ ਦੇ ਬਾਰੇ, ਕੋਈ ਵਿਚਾਰ ਆ, ਤੁਸੀਂ ਕੋਈ ਸ਼ੇਅਰ ਕਰਨਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਤੇ ਰਮਨ ਜੀ, ਹੁਣ ਜਿੱਦਾਂ ਆਪਾਂ ਨੂੰ ਪਤਾ ਵੀ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਵੀ ਸਮਰਸ ਦੇ ਵਿੱਚ ਉਮੀਦ ਸੀਗੀ ਵੀ ਚਲੋ ਪ੍ਰੋਡਿਊਸ ਹੋਊਗਾ, ਵਧੀਆ ਹੋਊਗਾ। ਹੁਣ ਜਿੰਨੇ ਮੀਂਹ ਪੈ ਰਹੇ ਆ, ਜਿੰਨਾ ਇਹ ਸਾਰਾ ਕੁਛ ਪਛੇਤਾ ਲੱਗਣਾ ਆ, ਲੇਟ ਲੱਗੂਗਾ। ਓਬਵੀਅਸਲੀ ਉਸ ਦਾ ਸਾਰੀਆਂ ਚੀਜ਼ਾਂ ਦਾ ਟਰੱਕਿੰਗ ਦੇ ਉੱਤੇ ਵੀ ਜਿਹੜਾ ਉਹ ਅਸਰ ਪੈਣਾ। ਜਿਹੜੇ ਉਸ ਚੀਜ਼ ਦੇ ਉੱਤੇ ਆਸ ਲਾਈ ਬੈਠੇ ਆ, ਉਹਨਾਂ ਨੂੰ ਹੁਣ ਕੀ ਸਲਾਹ ਆ, ਉਹ ਕੀ ਕਰ ਸਕਦੇ ਆ, ਕਿਹੜੀਆਂ ਚੀਜ਼ਾਂ ਵੱਲ ਉਹਨਾਂ ਨੂੰ ਹੁਣ ਹੋਰ ਧਿਆਨ ਦੇਣਾ ਪੈਣਾ, ਕਿਉਂਕਿ ਕੰਮ ਤਾਂ ਡਾਊਨ ਜਿਹੜਾ ਉਹ ਹੋਰ ਜਾਊਗਾ ਲੱਗਦਾ। ਬਿਲਕੁਲ ਰਾਜਕਿਰਨ, ਜਿਹੜਾ ਇਸ ਵੇਲੇ ਹੈਗਾ ਕਿ ਤੁਸੀਂ ਆਪਣਾ ਬੈਠ ਕੇ ਠੰਡੇ ਦਿਮਾਗ ਦੇ ਨਾਲ ਤੁਸੀਂ ਆਪਣਾ ਸੈਟਲ ਕਰੋ ਪਹਿਲਾਂ, ਕਿ ਦੇਖੋ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੈਗੇ ਆ, ਤੁਸੀਂ ਕਿੰਨਾ ਪੋਜ਼ੀਟਿਵ ਹੈਗੇ, ਕਿੰਨਾ ਨੈਗੇਟਿਵ ਹੈਗੇ ਆ, ਤੁਹਾਡੀ ਸਿਚੁਏਸ਼ਨ ਕੀ ਹੈਗੀ ਆ, ਤੇ ਆਪਣੇ ਜਿਹੜੀ ਕੰਪਨੀ ਕੋਲੋਂ ਤੁਸੀਂ ਟਰੱਕ ਲਏ ਹੈਗੇ ਉਹਨਾਂ ਦੇ ਨਾਲ ਡਿਸਕਸ਼ਨ ਜ਼ਰੂਰ ਕਰੋ, ਦੇਖੋ ਕਿ ਕੀ ਕਰ ਸਕਦੇ, ਕੀ ਆਪਸ਼ਨ ਨਿਕਲ ਸਕਦੀਆਂ ਹੈਗੀਆਂ। ਸੋ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਬੈਠ ਕੇ ਤੁਹਾਨੂੰ ਇਹ ਸੋਚਣ ਦੀ ਲੋੜ ਹੈਗੀ ਆ ਕਿ ਕੀ ਇਹ ਵਾਇਬਲ ਹੈਗਾ ਇਹਨੂੰ ਟਰੱਕ ਨੂੰ ਚੱਲਦਾ ਰੱਖਣਾ, ਜਾਂ ਤੁਸੀਂ ਇਹ ਠੀਕ ਹੈਗਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਸਰਵਾਈਵ ਕਰ ਸਕਦੇ ਹੈਗੇ, ਕਿੰਨੀ ਦੇਰ ਤੱਕ ਸਰਵਾਈਵ ਕਰ ਸਕਦੇ, ਕੀ ਤੁਹਾਡੀ ਰਿਜ਼ਰਵ ਹੈਗੇ ਆ। ਤੇ ਉਸ ਤੋਂ ਬਾਅਦ ਜਿਹੜਾ ਅਗਲਾ ਚੀਜ਼ ਹੈਗੀ ਆ, ਤੁਸੀਂ ਇਹ ਡਿਸਕਸ਼ਨ ਜ਼ਰੂਰ ਆਪਣੇ ਕਰੋ ਕਿ ਤੁਹਾਡੇ ਜੇ ਤੁਸੀਂ ਟਰੱਕ ਨੂੰ ਛੱਡਦੇ ਹੈਗੇ ਆ, ਕੁਛ ਕਰਦੇ ਹੈਗੇ ਆ, ਕਿਹੜੀ ਤੁਹਾਡੀ ਪ੍ਰੋਬਲਮ ਹੈਗੀ ਹੈ ਜਿਹੜੀ ਖੜੀ ਹੋ ਸਕਦੀ ਤੁਹਾਡੇ ਕ੍ਰੈਡਿਟ ਦੇ ਨਾਲ, ਹੋਰ ਕਿਹੜੀਆਂ ਚੀਜ਼ਾਂ ਤੁਹਾਡੇ ਨਾਲ ਖੜੀਆਂ ਹੋ ਸਕਦੀਆਂ, ਤੁਹਾਨੂੰ ਸਿਚੁਏਸ਼ਨਸ ਕਿਹੜੀਆਂ ਪੈਦਾ ਹੋ ਸਕਦੀਆਂ। ਪਰ ਜੋ ਵੀ ਸਿਚੁਏਸ਼ਨ ਆ, ਕੋਈ ਵੀ ਸਿਚੁਏਸ਼ਨ ਜਿਹੜੀ ਉਹ ਤੁਹਾਡੀ ਜਿਹੜੀ ਮਾਨਸਿਕ ਸਟੇਟ ਹੈਗੀ ਆ ਉਹ ਤੋਂ ਵੱਡੀ ਨਹੀਂ ਹੈਗੀ। ਜੇ ਤੁਸੀਂ ਮਾਨਸਿਕ ਤੌਰ 'ਤੇ ਕੋਈ ਪ੍ਰੋਬਲਮ ਕ੍ਰੀਏਟ ਕਰ ਲੈਂਦੇ ਆਪਣੇ ਆਪ ਦੀ, ਇੰਨਾ ਸੋਚ ਕੇ, ਇੰਨਾ ਕਰਕੇ, ਤੇ ਉਹਦੇ ਨਾਲੋਂ ਸਾਰੀਆਂ ਪ੍ਰੋਬਲਮਾਂ ਛੋਟੀਆਂ ਹੈਗੀਆਂ। ਪਲੀਜ਼ ਉੱਦਾਂ ਦਾ ਕੋਈ ਵੀ ਕੰਮ ਨਾ ਕਰਿਓ। ਹੈਲਪ ਅਵੇਲੇਬਲ ਹੈਗੀ ਆ, ਬਹੁਤ ਹੈਲਪ ਅਵੇਲੇਬਲ ਹੈਗੀ ਆ, ਜੇ ਤੁਹਾਨੂੰ ਕੋਈ ਲੋੜ ਆ ਕਿਸੇ ਕਿਸਮ ਦੀ ਤੁਸੀਂ ਰੀਚ ਆਊਟ ਕਰ ਸਕਦੇ ਆ। ਪਿਛਲੇ ਵੀਕ ਦੇ ਵਿੱਚ ਵੀ 2-3 ਜਿਹੜੇ ਬੰਦੇ ਇਸ ਤਰ੍ਹਾਂ ਦੇ ਆਏ ਆ ਸਾਡੇ ਕੋਲ ਜਿਨ੍ਹਾਂ ਨੂੰ ਸਿਚੁਏਸ਼ਨ ਮਤਲਬ ਸੁਸਾਈਡ ਤੱਕ ਸਿਚੁਏਸ਼ਨ ਜਿਹੜੀ ਲੈ ਕੇ ਆਪਣੀ, ਤੇ ਉਹਨਾਂ ਨੂੰ ਅਸੀਂ ਇਹੋ ਹੀ ਸਾਡਾ ਹੱਥ ਜੋੜ ਕੇ ਬੇਨਤੀ ਹੈ ਕਿ ਯਾਰ ਇੱਦਾਂ ਦਾ ਕੋਈ ਵੀ ਨਾ ਦਿਲ 'ਚ ਸੋਚਿਓ, ਨਾ ਹੀ ਕਰਿਓ। ਅਮਰੀਕਾ ਹੈਗਾ, ਇਹਦੇ ਵਿੱਚ ਆਲਵੇਜ਼ ਤੁਹਾਨੂੰ ਸੈਕਿੰਡ ਚਾਂਸ ਮਿਲਦਾ ਆ, ਇਹਦੇ 'ਚ ਕੋਈ ਵੱਡੀ ਗੱਲ ਨਹੀਂ, ਕੋਈ ਚਿੰਤਾ ਵਾਲੀ ਗੱਲ ਨਹੀਂ। ਜੇ ਤੁਸੀਂ ਟਰੱਕ ਮੋੜ ਵੀ ਦਿੱਤਾ ਕੋਈ ਫਰਕ ਨਹੀਂ ਪੈਂਦਾ, ਫਿਰ ਕੀ ਹੋ ਗਿਆ। ਡੋਂਟ ਥਿੰਕ ਕਿ ਲੋਕੀ ਕੀ ਕਹਿਣਗੇ, ਜਸਟ ਥਿੰਕ ਕਿ ਤੁਹਾਡੀ ਸਿਹਤ ਤੇ ਕੀ ਅਸਰ ਪਊਗਾ ਜੇ ਤੁਹਾਨੂੰ ਰੱਖੀ ਰੱਖਦੇ। ਬਿਲਕੁਲ ਜੀ, ਤੇ ਤੁਸੀਂ ਜੱਗ ਹੈ ਤਾਂ ਅਜਾਨ ਹੈ ਤਾਂ ਜਹਾਨ ਹੈ, ਹਨਾ। ਤੇ ਇਹ ਚੀਜ਼ਾਂ ਜਿਹੜੀਆਂ ਦੇਖੋ ਤੁਸੀਂ ਇਕੱਲੇ ਨਹੀਂ ਆ, ਤੁਹਾਡੇ ਉੱਤੇ ਕਿੰਨੇ ਜਾਣੇ ਲੋਕ ਜਿਹੜੇ ਡਿਪੈਂਡੈਂਟ ਨੇ, ਤੁਹਾਡੇ ਉੱਤੇ ਨਿਰਭਰ ਨੇ। ਸੋ ਉਹ ਚੀਜ਼ਾਂ ਦਾ ਤੇਰਾ ਧਿਆਨ ਰੱਖੋ। ਆਪਣੇ ਨਾਲ ਕੁਝ ਕਾਲਰ ਵੀ ਜੁੜ ਰਹੇ, ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਰੀਸੈਂਟਲੀ 1 ਮਾਰਚ ਨੂੰ ਵੈਸਟ ਹਾਰਟਫੋਰਡ ਕਨੈਕਟੀਕਟ ਦੇ ਵਿੱਚ ਐਕਸੀਡੈਂਟ ਹੋਇਆ ਸਿਟੀ ਬੱਸ ਦੇ ਨਾਲ। ਤੁਸੀਂ ਠੀਕ ਹੋ? ਸੱਟ ਚੋਟ ਤਾਂ ਨਹੀਂ ਲੱਗੀ? ਨਹੀਂ, ਮੇਰਾ ਨਹੀਂ ਹੋਇਆ, ਡਰਾਈਵਰਾਂ ਦਾ ਮੇਰੇ। ਉਹ ਠੀਕ ਨੇ? ਉਹ ਡਰਾਈਵਰ ਦੋਨੋਂ ਠੀਕ ਨੇ, ਬਟ ਜਿਹੜਾ ਸਿਟੀ ਡਰਾਈਵਰ ਦੇ ਲੈਗ ਸੀਰੀਅਸ ਡੈਮੇਜ ਹੋ ਗਏ। ਸੋ ਉਹ ਫਿਲਹਾਲ ਹੌਸਪੀਟਲ ਦੇ ਵਿੱਚ ਹੈ। ਉਹਦੀ ਕੀ ਹਾਲਤ ਤਾਂ ਚਲੋ ਮੈਨੂੰ ਨਹੀਂ ਪਤਾ, ਪਰ ਜਿਹੜਾ ਟੋਵਿੰਗ ਬਿੱਲ ਹੈ ਉਹ ਮੇਰਾ $1 ਲੱਖ ਦੇ ਕਰੀਬ ਹੈ, ਜਿਹੜਾ ਉਹਨਾਂ ਨੇ ਉੱਥੋਂ ਸਾਰਾ ਸਾਫ਼ ਸਫਾਈ ਕਰਕੇ ਮੇਰਾ ਟ੍ਰੇਲਰ ਟੋਟਲ ਹੋ ਗਿਆ। ਬੱਸ ਉਹਦੇ ਵਿੱਚ ਆ ਕੇ ਵੱਜੀ ਹੈ, ਪਰ ਮੇਰਾ ਡਰਾਈਵਰ ਦਾ ਫਾਲਟ ਸੀ, ਉਹਨੇ ਰੈਡ ਲਾਈਟ ਕ੍ਰੋਸ ਕੀਤੀ, ਦੇਖੀ ਨਹੀਂ। ਸੋ ਮੇਰੀ ਇੰਸ਼ੋਰੈਂਸ $1 ਲੱਖ ਪੇ ਕਰਨ ਵਾਸਤੇ ਵਿੱਚ ਹੱਥ ਪੱਲਾ ਨਹੀਂ ਫੜਾ ਰਹੀ। ਇਸ ਵਿੱਚ ਕੀ ਹੋ ਸਕਦਾ? ਕਈ ਮੈਨੂੰ ਡਰਾ ਰਹੇ ਤੇਰਾ ਘਰ ਵੀ ਚਲਿਆ ਜਾਊਗਾ। ਹੁਣ ਸਾਰਾ ਕੁਛ ਜਿਹੜੇ ਡਰਾਈਵਰ ਦੀ ਲੱਤਾਂ ਡੈਮੇਜ ਹੋਈਆਂ ਉਹਨੇ ਸਿਰ ਤੇ ਸਾਰਾ ਕੁਛ ਲੈ ਲੈਣਾ। ਸੋ ਇਹਦੇ ਵਿੱਚ ਕੀ ਮੈਂ ਕਰ ਸਕਦਾ? ਦੇਖੋ ਜੀ, ਪਹਿਲੀ ਗੱਲ ਤਾਂ ਤੁਹਾਨੂੰ ਮੈਂ ਇਹ ਕਹਿਣਾ ਵੀ ਕਿਸੇ ਵੀ ਸੂਰਤ ਦੇ ਵਿੱਚ ਚਾਹੇ ਕੁਛ ਵੀ ਹੋ ਜਾਵੇ, ਕਿਸੇ ਵੀ ਸੂਰਤ 'ਚ ਤੁਹਾਡਾ ਘਰ, ਤੁਹਾਡੀ ਕੰਮ ਤੇ ਜਾਣ ਵਾਲੀ ਗੱਡੀ
ਤੇ ਤੁਹਾਡਾ ਜਿਹੜਾ ਪਰਸਨਲ ਸਰਵਾਈਵਲ ਦਾ ਸਮਾਨ ਆ ਇਹ ਕਦੀ ਨਹੀਂ ਜਾਂਦਾ, ਚਾਹੇ ਕੋਈ ਕੰਮ ਵੀ ਹੋ ਜਾਵੇ, ਕਿੱਡਾ ਵੱਡਾ ਲੌਸੂਟ ਹੋ ਜਾਵੇ, ਇਹ ਚੀਜ਼ਾਂ ਤੁਹਾਡੀਆਂ ਕਦੀ ਨਹੀਂ ਜਾਂਦੀਆਂ। ਘਰ ਤੁਹਾਡਾ, ਤੁਹਾਡੀ ਕੰਮ ਤੇ ਜਾਣ ਵਾਲੀ ਗੱਡੀ ਤੇ ਤੁਹਾਡਾ ਸਰਵਾਈਵਲ ਜਿਹੜਾ ਸਮਾਨ ਹੈਗਾ ਬੇਸਿਕ ਜਿਹੜਾ, ਉਹ ਕੋਈ ਨਹੀਂ ਖੋਂਦਾ, ਨਾ ਹੀ ਕੋਈ ਲੈ ਕੇ ਜਾਂਦਾ, ਨਾ ਹੀ ਕੋਈ ਕੋਰਟ ਲੈਂਦੀ ਆ। ਦੂਸਰੀ ਗੱਲ, ਜਿਹੜੀ ਸਿਚੁਏਸ਼ਨ ਹੈਗੀ ਆ ਟੋ ਟਰੱਕ ਦੀ, ਡੈਫੀਨੇਟਲੀ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਆਪਾਂ ਪਿਛਲੇ ਸਮੇਂ ਦੇ ਵਿੱਚ ਗੱਲਾਂ ਬਾਤਾਂ ਇਹਦੇ ਉੱਤੇ ਬਹੁਤ ਕੀਤੀਆਂ ਸੀਗੀਆਂ। ਆਪਣਾ ATRI ਦਾ ਸਰਵੇ ਵੀ ਆਇਆ ਸੀਗਾ, ਉਹਦੇ ਵਿੱਚ ਕਈ ਲੋਕਾਂ ਨੇ ਸ਼ਾਇਦ ਆਪਣੇ ਸਿਚੁਏਸ਼ਨਾਂ ਜਿਹੜੀਆਂ ਸਬਮਿਟ ਵੀ ਕੀਤੀਆਂ ਹੈਗੀਆਂ। ਇਹਦੇ ਤੇ ਕੰਮ ਚੱਲ ਰਿਹਾ ਹੈਗਾ, ਪਰ ਹਾਲ ਦੀ ਘੜੀ ਜਿਹੜੀ ਤੁਹਾਡੀ ਇੰਸ਼ੋਰੈਂਸ ਨੇ ਉਹਨੇ ਹੀ ਪੇ ਕਰਨੇ ਆ ਜਿੰਨੀ ਤੁਹਾਡੀ ਕਵਰੇਜ ਆ। ਜੇ ਤੁਹਾਡੀ ਕਵਰੇਜ ਦੇ ਵਿੱਚ 50,000 ਦੀ ਟੋਇੰਗ ਆ ਤੇ ਤੁਹਾਨੂੰ 50,000 ਪੱਲਿਓਂ ਦੇਣੇ ਪੈਣੇ, 50,000 ਇੰਸ਼ੋਰੈਂਸ ਨੇ ਪੇ ਕਰਨੇ ਆ। ਇੰਸ਼ੋਰੈਂਸ ਨੇ $1,00,000 ਪੇ ਨਹੀਂ ਕਰਨਾ ਜੇ ਤੁਹਾਡੀ ਕਵਰੇਜ ਦੇ ਵਿੱਚ ਨਹੀਂ ਹੈਗਾ। ਸੋ ਉਸ ਸਿਚੁਏਸ਼ਨ ਦੇ ਵਿੱਚ ਤੇ ਬਾਕੀ ਜਿਹੜਾ ਹੁਣ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਜਿਹੜੀਆਂ ਸਿਚੁਏਸ਼ਨ ਜਿਹੜੀਆਂ ਖੜੀਆਂ ਹੋਣੀਆਂ, ਬੈਟਰ ਆ ਕਿ ਤੁਸੀਂ ਇਹਦੇ ਲਈ ਆਪਣਾ ਲਾਇਰ ਜਿਹੜਾ ਹੈਗਾ ਉਹਦੇ ਨਾਲ ਜ਼ਰੂਰ ਕੰਸਲਟ ਕਰੋ, ਲਾਇਰ ਦੇ ਨਾਲ, ਕਿਉਂਕਿ ਇਹ ਸਿਚੁਏਸ਼ਨ ਜਿਹੜੀਆਂ ਅਰਾਈਜ਼ ਹੋਣੀਆਂ ਤੁਹਾਨੂੰ ਸ਼ਾਇਦ ਹੋ ਸਕਦਾ ਕਿ ਉਹਨਾਂ ਦਾ ਆਉਣ ਵਾਲੇ ਸਮੇਂ ਦਾ ਨਾ ਪਤਾ ਹੋਵੇ ਵੀ ਕਿਸ ਤਰ੍ਹਾਂ ਦੀਆਂ ਚੀਜ਼ਾਂ ਖੜੀਆਂ ਹੋ ਸਕਦੀਆਂ, ਪਰ ਡੈਫੀਨੇਟਲੀ ਆਪਣੇ ਲਾਇਰ ਦੇ ਨਾਲ ਜਿਹੜਾ ਕੰਸਲਟ ਜ਼ਰੂਰ ਕਰੋ। ਥੈਂਕ ਯੂ ਰਮਨ ਜੀ, ਥੈਂਕ ਯੂ ਬਹੁਤ ਧੰਨਵਾਦ ਜੀ। ਜ਼ਰੂਰ ਜੀ। ਤੇ ਰਮਨ ਜੀ, ਇੱਥੇ ਜਿਹੜੀਆਂ ਕੰਪਨੀਜ਼ ਦੇ ਵਿੱਚ ਜਿੱਦਾਂ ਡਾਇਰੈਕਟਲੀ ਲਿੰਕ ਹੁੰਦਾ, ਲਿਮਿਟਿਡ ਲਾਇਬਿਲਿਟੀ, INC, ਇਹ ਸਾਰੀਆਂ ਫਿਰ ਇਹ CPA ਦੇ ਨਾਲ ਜਦੋਂ ਕੰਪਨੀ ਤੁਸੀਂ ਸ਼ੁਰੂਆਤ ਕਰਦੇ ਆ ਉਦੋਂ ਇਹ ਸਾਰੀਆਂ ਚੀਜ਼ਾਂ ਦਾ ਪਹਿਲੋਂ ਧਿਆਨ ਰੱਖਣਾ ਚਾਹੀਦਾ, ਕਿਉਂਕਿ ਆਹ ਜਿਹੜਾ ਡਰ, ਕਿਉਂਕਿ ਗੱਲ ਬਹੁਤ ਚੱਲਦੀ ਹੈ ਇੱਦਾਂ, ਜਿੱਦਾਂ ਹੁਣ ਤੁਸੀਂ ਤਾਂ ਚਲੋ ਕਲੀਅਰ ਕੀਤਾ, ਪਰ ਫਿਰ ਵੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠਾ ਰਹਿੰਦਾ ਵੀ ਜੇ ਕੁਛ ਹੋ ਗਿਆ ਤਾਂ ਸਭ ਕੁਝ ਗਵਾ ਬੈਠਾਂਗੇ। ਦੇਖੋ, ਪ੍ਰੋਬਲਮ ਇਹ ਹੈਗੀ ਆ ਕਿ ਪਹਿਲੀ ਗੱਲ ਹੈ ਕਿ ਜਦੋਂ ਤੁਸੀਂ ਬਿਜ਼ਨਸ ਸਟਾਰਟ ਕਰਦੇ ਹੈਗੇ ਆ ਤਾਂ ਤੁਹਾਨੂੰ ਪ੍ਰੋਪਰ ਜਿਹੜੀ ਬਿਜ਼ਨਸ ਦਾ ਜਿਹੜਾ ਪ੍ਰੋਪਰ ਸੈਟਅਪ ਹੈ ਉਹ ਕਰਨਾ ਪੈਂਦਾ। ਠੀਕ ਹੈ, ਹਰ ਇੱਕ ਬੰਦਾ ਸਾਡੀ ਕਮਿਊਨਿਟੀ ਦੇ ਵਿੱਚ ਇੱਕੋ ਗੱਲ ਭੱਜ ਕੇ ਕਰਦਾ ਵੀ ਕਾਰਪੋਰੇਸ਼ਨ ਸੈੱਟ ਕਰ ਦਿਓ ਤਾਂ ਸਾਰਾ ਕੁਝ ਠੀਕ ਹੋ ਜਾਣਾ। ਠੀਕ ਹੈ, ਵੀ ਕਾਰਪੋਰੇਸ਼ਨ ਸੈੱਟ ਕਰ ਦਿਓ ਸਾਡਾ ਕੁਝ ਨਹੀਂ ਜਾਣਾ। ਠੀਕ ਹੈ, ਸੋ ਕਾਰਪੋਰੇਸ਼ਨ ਉਨੀ ਦੇਰ ਤੱਕ ਹੀ ਤੁਹਾਨੂੰ ਪ੍ਰੋਟੈਕਟ ਕਰਦੀ ਆ ਜਿੰਨੀ ਦੇਰ ਤੱਕ ਤੁਸੀਂ ਕਾਰਪੋਰੇਸ਼ਨ ਨੂੰ ਸਹੀ ਢੰਗ ਨਾਲ ਰਨ ਕੀਤਾ ਹੈ। ਕਾਰਪੋਰੇਸ਼ਨ ਦੇ ਮਿਨਟਸ ਤੁਸੀਂ ਬਣਾਏ ਆ, ਕਾਰਪੋਰੇਸ਼ਨ ਦੇ ਸਾਰੇ ਪੇਪਰ ਤੁਸੀਂ ਪੂਰੇ ਰੱਖੇ ਆ, ਕਾਰਪੋਰੇਸ਼ਨ ਦੀ ਈਅਰਲੀ ਤੁਸੀਂ ਸਾਰਾ ਮੇਨਟੇਨੈਂਸ ਕਰਦੇ ਹੈਗੇ ਆ, ਕਾਰਪੋਰੇਸ਼ਨ ਦੇ ਵਿੱਚ ਤੁਸੀਂ ਹਰ ਚੀਜ਼ ਜਿਹੜੀ ਆ ਬਾਇਲਾਅ ਸਾਡੇ ਹੈਗੇ ਆ, ਹਰ ਚੀਜ਼ ਜਿਹੜੀ ਆ ਪ੍ਰੋਪਰ ਢੰਗ ਨਾਲ ਤੁਸੀਂ ਰਨ ਕਰਦੇ ਆ, ਤਾਂ ਹੀ ਕਾਰਪੋਰੇਸ਼ਨ ਜਿਹੜੀ ਆ ਉਹ ਤੁਹਾਨੂੰ ਉਸ ਚੀਜ਼ ਦੇ ਉੱਤੇ ਤੁਹਾਨੂੰ ਪ੍ਰੋਟੈਕਟ ਕਰਦੀ ਆ। ਪ੍ਰੋਟੈਕਸ਼ਨ ਹੈਗੀ ਆ, ਪਰ ਪ੍ਰੋਟੈਕਸ਼ਨ ਦੇ ਲਈ ਤੁਹਾਨੂੰ ਬਿਜ਼ਨਸ ਨੂੰ ਸਹੀ ਢੰਗ ਨਾਲ ਰਨ ਕਰਨਾ ਜਿਹੜਾ ਜ਼ਰੂਰੀ ਆ। ਰਹਿ ਗਈ ਗੱਲ ਤੁਹਾਡੇ ਪਰਸਨਲ ਘਰ ਦੀ ਤੇ ਜਿਹੜੀ ਤੁਹਾਡੀ ਗੱਡੀ ਹੈਗੀ ਜਿੱਥੇ ਤੁਸੀਂ ਕੰਮ ਤੇ ਜਾਣਾ, ਜੇ ਤੁਹਾਡੇ ਕੋਲ ਐਕਸਪੈਂਸਿਵ ਗੱਡੀਆਂ ਹੈਗੀਆਂ ਡੈਫੀਨੇਟਲੀ ਉਹ ਮਤਲਬ ਕਿ ਮੈਜੋਰਟੀ ਲੋਕਾਂ ਨੇ ਉਹ ਕੰਪਨੀ ਦੇ ਵਿੱਚ ਲਈਆਂ ਹੁੰਦੀਆਂ, ਸੋ ਉਹ ਜਿਹੜੀਆਂ ਆ ਉਹ ਓਪਨ ਹੁੰਦੀਆਂ ਆ ਉਹਦੇ ਵਾਸਤੇ, ਲਾਸੂਟ ਵਾਸਤੇ ਦੇ ਕੈਨ ਟੇਕ। ਪਰ ਜਿਹੜੀ ਤੁਹਾਡੀ ਪਰਸਨਲ ਗੱਡੀ ਹੈਗੀ ਜਿੱਥੇ ਤੁਸੀਂ ਕੰਮ ਤੇ ਜਾਣਾ, ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੇਰੀ ਕੰਪਨੀ ਦੇ ਵਿੱਚ ਗੱਡੀ ਕੈਮਰੀ ਆ ਤਾਂ ਮੇਰੀ ਜਿਹੜੀ ਪਰਸਨਲ ਗੱਡੀ ਆ ਉਹ ਰੋਲਸ ਰॉयਸ ਆ। ਤਾਂ ਉੱਥੇ ਤੁਹਾਨੂੰ ਜਿਹੜੀ ਆ ਕੋਰਟ ਹੈਗੀ ਆ ਉਹ ਤੁਹਾਨੂੰ ਉਸ ਢੰਗ ਦੇ ਨਾਲ ਤੁਹਾਡੇ ਨਾਲ ਚੱਲੂਗੀ ਕਿ ਤੁਹਾਡੀ ਕਿੱਥੇ ਤੁਹਾਡੀ ਜ਼ਰੂਰਤ ਪੂਰੀ ਹੁੰਦੀ ਆ ਤੇ ਕਿੱਥੇ ਤੁਸੀਂ ਲਗਜ਼ਰੀ ਕਰ ਰਹੇ ਆ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਧਿਆਨ 'ਚ ਰੱਖੋ, ਬਿਜ਼ਨਸ ਨੂੰ ਸਹੀ ਢੰਗ ਨਾਲ ਚਲਾਓ। ਪਰ ਜੇ ਇੱਦਾਂ ਦੀ ਨੌਬਤ ਆ ਜਾਂਦੀ ਆ ਤੇ ਇੱਦਾਂ ਦੀ ਨੌਬਤ ਦੇ ਵਿੱਚ ਤੁਹਾਨੂੰ ਜਿਹੜਾ ਆ ਉਹ ਜਿਹੜੀਆਂ ਬੇਸਿਕ ਤੁਹਾਡੀਆਂ ਜ਼ਰੂਰਤ ਦੀਆਂ ਚੀਜ਼ਾਂ ਹੈਗੀਆਂ, ਜਿਹੜਾ ਤੁਹਾਡਾ ਪਰਸਨਲ ਹੋਮ ਹੈਗਾ, ਜਿਹੜਾ ਤੁਹਾਡੀ ਪਰਸਨਲ ਗੱਡੀ ਹੈਗੀ ਆ, ਉਹ ਚੀਜ਼ਾਂ ਜਿਹੜੀਆਂ ਉਹ ਨਹੀਂ ਜਾਂਦੀਆਂ। ਪਰ ਤੁਹਾਡਾ ਜਿਹੜਾ ਬਿਜ਼ਨਸ ਦਾ ਕੰਮ ਹੈਗਾ ਉਹ ਸਾਰਾ ਜਿਹੜਾ ਵਲਨਰੇਬਲ ਹੈਗਾ ਜੇ ਤੁਸੀਂ ਆਪਣੇ ਬਿਜ਼ਨਸ ਦੇ ਸੈਟਅਪ ਨੂੰ ਪ੍ਰੋਪਰ ਢੰਗ ਨਾਲ ਨਹੀਂ ਕੀਤਾ ਹੈਗਾ। ਜੀ, ਆਪਣੇ ਅਗਲੇ ਕਾਲਰ ਨੇ ਸਾਹਿਬ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਰਮਨ ਜੀ, ਮੇਰਾ ਸਵਾਲ ਤੁਹਾਡੇ ਤੋਂ ਹੀ ਰਾਈਟ ਨਾਓ ਨਾ ਮੈਂ ਕਿਸੇ ਸ਼ਿਪਰ ਤੇ ਆਇਆ ਹੋਇਆ ਇਹ ਲੋਡ ਚੱਕਣ ਨਾ, ਤੇ ਟੀਕਵਲ ਮੇਰਾ ਬ੍ਰੋਕਰ ਹੈ ਨਾ ਟੀਕਵਲ ਦੇ। ਸੋ ਸ਼ਿਪਰ ਮੈਨੂੰ ਪਲੇਸ ਛੱਡਣ ਨੂੰ ਕਹਿ ਰਿਹਾ ਕਿ ਇਹ ਲੋਡ ਤੁਹਾਡਾ ਨਹੀਂ ਹੋਏਗਾ, ਤੇ ਟੀਕਵਲ ਵਾਲੇ ਕਹਿੰਦੇ ਜੇ ਤੁਸੀਂ ਪਲੇਸ ਛੱਡਦੇ ਆ ਤੁਸੀਂ ਤੁਹਾਡੀ ਰਿਪੋਰਟ ਪਾਵਾਂਗੇ। ਸੋ ਹੁਣ ਇਸ ਸਿਚੁਏਸ਼ਨ ਵਿੱਚ ਮੈਂ ਕੀ ਕਰ ਸਕਦਾ ਨਹੀਂ, ਕਿਉਂਕਿ ਬ੍ਰੋਕਰ ਬਹੁਤ ਰੂਡਲੀ ਬੋਲ ਰਿਹਾ ਵਾ ਕਿ ਮੈਂ ਰਿਪੋਰਟ ਪਾਉਣੀ ਹੀ ਪਾਉਣੀ ਹੈ ਜੇ ਪਲੇਸ ਛੱਡੀ। ਬ੍ਰੋਕਰ ਅੰਦਰੋਂ ਸ਼ਿਪਰ ਅੰਦਰੋਂ ਆ ਕੇ ਕਹਿ ਰਿਹਾ ਜੇ ਤੁਸੀਂ ਪਲੇਸ ਨਹੀਂ ਛੱਡੀ ਤਾਂ ਅਸੀਂ ਆਪਣਾ ਤੁਹਾਡੀ ਕੰਪਲੇਂਟ ਕਰਾਂਗੇ। ਸੋ ਅਸੀਂ ਕੰਪਲੇਂਟ ਪਵਾਈਏ ਬ੍ਰੋਕਰ ਤੋਂ ਜਾਂ ਫਿਰ ਸ਼ਿਪਰ ਵੱਲੋਂ ਕੰਪਲੇਂਟ ਲਈਏ ਪੁਲਿਸ ਤੋਂ ਹੀ? ਪੁਲਿਸ ਨੇ ਤਾਂ ਐਡੀ ਕੋਈ
ਪੁਲਿਸ ਨੇ ਤਾਂ ਐਡੀ ਕੋਈ ਕੰਪਲੇਂਟ ਇਦਾਂ ਜਿਹੜਾ ਸ਼ਿਪਰ ਹੈਗਾ ਉਹ ਐਡੀ ਕੋਈ ਗੱਲ ਨਹੀਂ ਹੈਗੀ। ਬ੍ਰੋਕਰ ਕੋਲੋਂ ਨਾ ਕੰਪਲੇਂਟ ਪਵਾ ਲਿਓ, ਕਿਉਂਕਿ ਬ੍ਰੋਕਰ ਅੱਜ ਕੱਲ੍ਹ 411 ਤੇ ਕੰਪਲੇਂਟ ਪਾ ਰਹੇ ਆ ਤਾਂ ਤੁਹਾਡੀ ਕੰਪਨੀ ਜਿਹੜੀ ਆਲਮੋਸਟ ਸ਼ਟ ਡਾਊਨ ਹੋਣ ਦੇ ਨੇੜੇ ਆ ਜਾਂਦੀ ਆ। ਸੋ ਉਧਰੋਂ ਕੋਸ਼ਿਸ਼ ਕਰੋ ਬ੍ਰੋਕਰ ਦੇ ਨਾਲ ਵਰਕਆਊਟ ਕਰਨ ਦੀ। ਜੇ ਪੁਲਿਸ ਆਉਂਦੀ ਆ ਪੁਲਿਸ ਦੀ ਗੱਲ ਬ੍ਰੋਕਰ ਨਾਲ ਕਰਾਓ। ਬਾਕੀ ਬ੍ਰੋਕਰ ਜੇ ਉਹ ਨਹੀਂ ਕੰਮ ਕਰ ਰਿਹਾ ਹੈਗਾ, ਬ੍ਰੋਕਰ ਤੁਹਾਡੇ ਨਾਲ ਨਹੀਂ ਗੱਲ ਕਰ ਰਿਹਾ, ਠੀਕ ਗੱਲ ਦੇ 'ਚ ਹੋਰ ਕਿਸੇ ਨਾਲ ਗੱਲ ਕਰ ਸਕਦੇ ਆ, ਹੋਰ ਕਿਸੇ ਬੰਦੇ ਨਾਲ ਗੱਲ ਕਰ ਸਕਦੇ ਆ, ਸਿਚੁਏਸ਼ਨ ਸਮਝਾਓ, ਠੀਕ ਹੈ ਨਾ। ਬਾਕੀ ਜੇ ਪੁਲਿਸ ਵਗੈਰਾ ਆਉਂਦੀ ਆ ਤਾਂ ਉਹਦੀ ਬ੍ਰੋਕਰ ਦੇ ਨਾਲ ਗੱਲ ਕਰਵਾ ਸਕਦੇ ਆ। ਮੇਰੇ ਖਿਆਲ ਦੇ ਵਿੱਚ ਇਹ ਸਿਚੁਏਸ਼ਨਾਂ ਜਿਹੜੀਆਂ ਨਾ ਬੜੀਆਂ ਰਾਜਕਰਨ ਬਹੁਤ ਪ੍ਰੋਬਲਮ ਵਾਲੀਆਂ ਸਿਚੁਏਸ਼ਨਸ ਹੁੰਦੀਆਂ। ਕਈ ਵਾਰੀ ਬੰਦਾ ਇੰਨਾ ਫਸ ਜਾਂਦਾ ਨਾ ਕਿ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਉੱਥੇ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਯਾਰ ਮੈਂ ਇੱਧਰ ਜਾਵਾਂ ਜਾਂ ਉੱਧਰ ਜਾਵਾਂ, ਮਤਲਬ ਕਿਹੜੇ ਪਾਸੇ ਨੂੰ ਜਾਵਾਂ, ਠੀਕ ਹੈ ਨਾ। ਸੋ ਇਹ ਲੋਡ ਲਾਉਣ ਗਏ ਆ, ਉਹ ਕਹਿੰਦਾ ਵੀ ਲਾ, ਇਹ ਕਹਿੰਦੇ ਅਸੀਂ ਚੱਕਣਾ ਨਹੀਂ, ਤੇ ਇਹ ਫਿਰ ਹੁਣ ਮੋਢਿਆਂ ਤੇ ਚੱਕ ਲੈਣ ਵਿਚਾਰੇ ਕਰਨ ਕੀ ਫਿਰ ਇਹ ਹੁਣ। ਨਹੀਂ ਲੋਡ ਚੱਕਣ ਗਏ ਆ, ਸ਼ਿਪਰ ਜਿਹੜਾ ਆ ਉਹ ਲੋਡ ਨਹੀਂ ਕਰ ਰਿਹਾ ਹੈਗਾ ਵੀ ਲੋਡ ਹੈ ਨਹੀਂਗਾ, ਤੇ ਬ੍ਰੋਕਰ ਕਹਿ ਰਿਹਾ ਵੀ ਤੁਸੀਂ ਉੱਥੋਂ ਜਾ ਨਹੀਂ ਸਕਦੇ। ਬ੍ਰੋਕਰ ਦੀ ਬੇਵਕੂਫੀ ਹੈ, ਹੋਰ ਕੁਝ ਨਹੀਂਗਾ। ਮਤਲਬ ਇਹ ਬ੍ਰੋਕਰ ਦੀ ਸਰੇਆਮ ਜਿਹੜੀ ਬੇਵਕੂਫੀ ਆ ਕਿ ਤੂੰ ਆਪਣਾ ਕੰਮ ਕਰ, ਤੂੰ ਸ਼ਿਪਰ ਨੂੰ ਕਾਲ ਕਰਕੇ ਉਹ ਨਹੀਂ ਲੋਡ ਕਰ ਰਿਹਾ ਵੀ ਮੇਰੇ ਟਰੱਕ ਨੂੰ, ਠੀਕ ਹੈ ਨਾ। ਤੇਰੀ ਪ੍ਰੋਬਲਮ ਹੈ, ਤੇਰੀ ਹੈ ਨਾ। ਉਹ ਧੱਕਾ ਕਰ ਰਿਹਾ ਉਹਦੇ ਨਾਲ, ਕੈਰੀਅਰ ਦੇ ਨਾਲ, ਕੀ ਧੱਕੇ ਨਾਲ ਕੈਰੀਅਰ ਨੂੰ ਬਿਠਾ ਕੇ ਰੱਖ ਰਿਹਾ, ਠੀਕ ਹੈ, ਹੋਰ ਕੁਝ ਨਹੀਂਗਾ। ਸ਼ਿਪਰ ਦੀ ਕੀ ਕਹਿੰਦੇ ਨੇ ਬੇਵਕੂਫੀ ਵਾਲਾ ਕੰਮ ਆ। ਸ਼ਿਪਰ ਕੋਈ ਉੱਥੇ ਬੰਦਾ ਬੈਠਾ ਜਿਹੜਾ ਟੀਕੀਵੈਲ ਦੇ ਵਿੱਚ ਬੇਵਕੂਫ ਬੈਠਾ ਕੋਈ, ਤੇ ਉਹ ਬੇਵਕੂਫੀ ਦਿਖਾ ਰਿਹਾ ਆਪਣੀ। ਹਾਂਜੀ, ਉਹ ਗੱਲ ਸੁਣ ਨਹੀਂ ਰਹੇ ਨਾ, ਬੜੀ ਵਾਰ ਟਰਾਈ ਕਰ ਲਈ ਉਹਨਾਂ ਨੂੰ, ਉਹ ਗੱਲ ਸੁਣ ਨਹੀਂ ਰਹੇ। ਕਹਿੰਦੇ ਬਸ ਅਸੀਂ ਤੁਹਾਡੀ ਰਿਪੋਰਟ ਪਾ ਦੇਣੀ ਜੀ ਉੱਥੋਂ ਹਿੱਲੇ। ਤਾਂ ਉਹ ਸਾਨੂੰ ਪਲੇਸ ਛੱਡਣ ਨੂੰ ਵਾਰ-ਵਾਰ ਆ ਕੇ ਨਾ, ਉਹਨਾਂ ਦਾ ਓਨਰ ਵੀ ਆ ਚੁੱਕਿਆ ਪਲੇਸ ਵਾਲਿਆਂ ਦਾ ਕਿ ਤੁਸੀਂ ਪਲੇਸ ਛੱਡ ਦਿਓ। ਹਾਂਜੀ, ਉਹਨਾਂ ਨੂੰ ਕਹੋ ਜੀ ਤੁਸੀਂ ਬ੍ਰੋਕਰ ਨੂੰ ਕਾਲ ਕਰਦੇ ਹੋ, ਬ੍ਰੋਕਰ ਮੈਨੂੰ ਕਾਲ ਕਰਦੇ, ਮੈਂ ਛੱਡ ਦੇਣਾ। ਹਾਂਜੀ, ਉਹ ਕਹਿੰਦੇ ਅਸੀਂ ਬ੍ਰੋਕਰ ਕੋਰਸ ਕਰ ਚੁੱਕੇ ਆ, ਨੇਮ ਵੀ ਦੱਸਤਾ ਬ੍ਰੋਕਰ ਦਾ ਕਿ ਇਹ ਤੁਹਾਡਾ ਬੰਦਾ ਲੋਡ ਦੇਖ ਰਿਹਾ ਵਾ, ਪਰ ਉਹੀ ਬੰਦਾ ਅੱਗੇ ਕਾਲ ਪਿਕ ਕਰ ਰਿਹਾ, ਕਹਿੰਦਾ ਤੁਸੀਂ ਪਲੇਸ ਛੱਡਣੀ ਨਹੀਂ। ਸੋ ਹੁਣ ਇਸ ਸਿਚੁਏਸ਼ਨ ਵਿੱਚ ਤੁਸੀਂ ਦੱਸੋ, ਹਾਂਜੀ ਅਸੀਂ ਕੀ ਕਰ ਤੁਸੀਂ ਚੰਗੇ ਫਸੇ ਆ। ਹੁਣ ਠੰਡੇ ਕਰੋ ਉਹਨਾਂ ਨੂੰ, ਹੁਣ ਇਹੀ ਆ ਵੀ ਕਿਸੇ ਤਰੀਕੇ ਦੇ ਨਾਲ ਇਹ ਚੀਜ਼ ਹੋਣੀ ਪੈਣੀ ਆ। ਬ੍ਰੋਕਰ ਦੇ ਸੁਪਰਵਾਈਜ਼ਰ ਨਾਲ ਗੱਲ ਕਰ ਲਓ ਜਾਂ ਕਿਸੇ ਹੋਰ ਨਾਲ ਗੱਲ ਕਰ ਲਓ ਉਸ ਬ੍ਰੋਕਰ ਨੂੰ ਛੱਡ ਕੇ। ਹਾਂ, ਜਿਨ੍ਹਾਂ ਨੇ ਉਸ ਬ੍ਰੋਕਰ ਨਾਲ ਕੰਮ ਕੀਤਾ, ਦੇਖੋ ਕਿਸੇ ਕੋਲ ਲੱਭੋ ਨੰਬਰ ਕੋਈ ਉਹਦੇ ਉੱਤੇ ਬੈਠਾ ਹੋਵੇ ਜਿਹੜਾ ਜਿਹਦੇ ਨਾਲ ਤੁਸੀਂ ਗੱਲ ਕੰਟੈਕਟ ਕਰੋ, ਵੀ ਕੋਈ ਸੁਣਨ ਵਾਲਾ ਹੋਵੇ। ਕਈ ਦੀ ਵੈਸੇ ਹੀ ਖਿਜੇ ਹੁੰਦੇ ਆ ਜੀ। ਚਲੋ ਜੀ, ਹੁਣ ਤੁਹਾਨੂੰ ਦੱਸਿਆ ਕੀ ਕਰ ਸਕਦੇ ਆ। ਕਈ ਵਾਰੀ ਨਾ ਬੰਦੇ ਦੇ ਹੱਥ ਚੰਗੇ ਵੱਜ ਜਾਂਦੇ, ਕਰੇ ਕੀ ਵਿਚਾਰਾ। ਸਹੀ ਗੱਲ ਆ ਰਾਜ ਜੀ। ਜਸਬੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੰਮ ਦੇ ਤੇ ਹਾਲਾਤ ਇਤਨੇ ਖਰਾਬ ਹੋ ਗਏ ਜੀ। ਇੱਕ ਬ੍ਰੋਕਰ ਨਾਲ ਮੈਂ ਕੰਮ ਕੀਤਾ ਤੇ ਉਹਨੂੰ ਮੈਂ ਰੇਟ ਵਧਾਉਣ ਨੂੰ ਕਿਹਾ, ਤੇ ਮੈਨੂੰ ਅੱਗੇ ਜਵਾਬ ਪਤਾ ਕੀ ਦਿੰਦਾ, ਕਹਿੰਦਾ ਜੇ ਦੁਬਾਰਾ ਤੂੰ ਮੈਨੂੰ ਰੇਟ ਵਧਾਉਣ ਨੂੰ ਕਿਹਾ ਨਾ ਤੇ ਮੈਂ ਤੈਨੂੰ ਲੋਡ ਦੇਣੇ ਬੰਦ ਕਰ ਦੇਣੇ ਆ। ਇਹ ਹਿਸਾਬ ਲਾ ਲਓ ਤੁਸੀਂ ਆਪਣਾ ਲੋਡ ਲਈ ਰੇਟ ਲਈ ਅਗਰ ਉਹਨੂੰ ਕਾਲ ਕਰਦੇ ਨਾ ਵੀ ਰੇਟ ਵਧਾ ਦੇ, ਅੱਗੇ ਉਹਦਾ ਜਵਾਬ ਇਹ ਹੈਗਾ। ਇਹਦਾ ਵੀ ਪੰਜਾਬ ਪੁਲਿਸ ਵਾਲਾ ਹੀ ਕੰਮ ਹੋ ਗਿਆ ਕਿ ਨਹੀਂ? ਹਾਂਜੀ, ਗੁੰਡਾਗਰਦੀ ਜਿਹਨੂੰ ਕਹਿੰਦੇ, ਪੂਰੀ ਗੁੰਡਾਗਰਦੀ ਚੱਲ ਰਹੀ ਹੈ ਇਸ ਟਾਈਮ। ਤੇ ਬਾਕੀ ਚਲੋ, ਮੈਂ ਹੁਣ ਇਸ ਟਾਈਮ ਕੰਮ ਦੇ ਤੇ ਹਾਲਾਤ ਜੋ ਵੀ ਹੈਗੇ ਆ ਸਭ ਨੂੰ ਪਤਾ ਹੀ ਹੈ। ਇੱਕ ਮੇਰੀ ਇੱਕ ਸੁਜੈਸ਼ਨ ਸੀ, ਜਿਹੜੇ ਓਨਰ ਆਪਰੇਟਰ ਹੈਗੇ ਆ, ਇਹਨਾਂ ਨੂੰ ਨਾ ਜੋ ਕਿਸੇ ਪਾਸਿਓਂ ਪੈਸਾ ਬਚ ਸਕਦਾ ਤੇ ਉਸ ਜਿੱਦਾਂ ਲੇਬਰ ਤੋਂ ਤੁਹਾਨੂੰ ਪੈਸਾ ਬਚ ਸਕਦਾ, ਤੁਸੀਂ ਆਪਣੇ ਕੋਲ ਟੂਲ ਕੰਪਲੀਟ ਰੱਖੋ ਟਰੱਕ 'ਚ। ਜਿਹੜਾ ਕੰਮ ਤੁਸੀਂ ਆਪ ਕਰ ਸਕਦੇ ਹੋ, ਬਜਾਏ ਲੇਬਰ ਦੇਣ ਤੇ, ਕਿਸੇ ਨੂੰ ਪੈਸੇ ਦੇਣ ਤੋਂ ਤੁਸੀਂ ਆਪ ਕਰੋ। ਜਿਸ ਤਰ੍ਹਾਂ ਨਹੀਂ ਸਮਝ ਆਉਂਦੀ, ਸਕੈਨਰ ਲੈ ਲਓ, ਜਿਹੜੇ ਕੋਡ ਆਉਂਦੇ ਆ ਟਰੱਕ ਦੇ ਵਿੱਚ, ਸਕੈਨਰ ਲਾ ਕੇ ਤੁਸੀਂ ਉਸ ਸਕੈਨਰ ਦਾ ਨੰਬਰ ਦੇਖ ਲਓ ਕਿਹੜਾ ਕੋਡ ਹੈਗਾ, ਉਹ ਤੁਸੀਂ YouTube ਤੇ ਪਾਓ। YouTube ਤੋਂ ਤੁਹਾਨੂੰ ਪੂਰੀ ਨੌਲੇਜ ਮਿਲ ਜਾਂਦੀ ਹੈ ਵੀ ਕਿਹੜਾ ਹੈਗਾ, ਇਹਦੇ 'ਚ ਕਿਹੜਾ ਪਾਰਟ ਲੱਗੇਗਾ, ਉਹ ਸਾਰੀ ਚੀਜ਼ ਦੱਸ ਦਿੰਦੇ ਆ। ਤੇ ਮੇਰਾ ਤਾਂ ਇਹ ਸੁਜੈਸ਼ਨ ਹੈ, YouTube ਚੈੱਕ ਕਰੋ, ਕੋਡ ਚੈੱਕ ਕਰੋ, ਟੂਲਸ ਕੋਲ ਰੱਖੋ, ਜਿੰਨਾ ਹੋ ਸਕੇ, ਜਿੱਥੋਂ ਪੈਸਾ ਬਚ ਸਕੇ। ਇਹ ਓਨਰ ਆਪਰੇਟਰ ਤੋਂ ਪੈਸਾ ਬਚਾ ਸਕਦਾ ਹੈ। ਤੇ ਇਹਨਾਂ ਚੀਜ਼ਾਂ ਨੂੰ ਧਿਆਨ ਕਰਕੇ ਥੋੜ੍ਹਾ ਜਿਹਾ ਆਪਣੇ ਓਨਰ ਆਪਰੇਟਰ ਜਿਹੜੇ ਹੈ ਨਾ, ਆਪ ਥੋੜ੍ਹਾ ਜਿਹਾ ਆਪਣੇ ਟਰੱਕ ਦਾ ਕੰਮ ਕਰਨਾ ਸ਼ੁਰੂ ਕਰਨ, ਜਿਹਦੇ ਨਾਲ ਇਹਨਾਂ ਨੂੰ ਕਮ ਸੇ ਕਮ ਜਿਹੜੀ $140 $160 ਘੰਟੇ ਦੀ ਲੇਬਰ ਹੈ, ਜਿਹੜੇ ਕੰਮ ਕਰ ਸਕਦੇ ਆ ਉਹ ਬਚਾ ਸਕਦੇ ਆ ਪੈਸੇ। ਬਸ ਮੇਰਾ ਤਾਂ ਇਹ ਸੁਜੈਸ਼ਨ ਹੈ ਜੀ। ਥੈਂਕ ਯੂ ਜੀ, ਮਿਹਰਬਾਨੀ, ਧੰਨਵਾਦ। ਸੁਜੈਸ਼ਨ ਤਾਂ ਚੰਗਾ ਹੈ, ਪਰ ਰਮਨ ਜੀ ਜਿਹੜਾ ਡਰਾਈਵ ਹੀ ਨਹੀਂ ਚੱਜ ਨਾਲ ਸਿੱਖਿਆ, ਉਹਨੇ ਟਰੱਕ ਦੇ ਪੁਰਜੀਆਂ ਦਾ ਕੀ ਸਿੱਖਿਆ ਹੋਣਾ? ਤੁਸੀਂ ਹੁਣ ਆਪ ਹੀ ਦੇਖੋ ਜੀ, ਮੈਂ ਤਾਂ ਉਸ ਚੀਜ਼ ਦਾ ਇਸੇ ਕਰਕੇ ਮੈਂ ਕੋਈ ਆਨਸਰ ਨਹੀਂ ਦਿੱਤਾ ਹੈਗਾ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕੁਝ ਵੀ ਆਪ ਕਰਨ ਲੱਗਦੇ ਆ ਤੇ ਜੇ ਤੁਹਾਡੇ ਕੋਲ ਮੈਸਅਪ ਹੋ ਜਾਂਦਾ, ਫਿਰ ਤੁਸੀਂ ਵਾਪਸ ਡੀਲਰਸ਼ਿਪ ਤੇ ਜਾਓ ਜਾਂ ਫਿਰ ਜਾਓ ਤਾਂ ਫਿਰ ਜ਼ਿਆਦਾ ਹੋ ਜਾਂਦਾ। ਸੋ ਮੈਂ ਨਹੀਂ ਕਹੂੰਗਾ ਜਿੱਥੇ, ਹਾਂ ਜਿਹੜੀਆਂ ਮਾੜੀਆਂ ਮੋਟੀਆਂ ਉਹ, ਮੈਂ ਇਹ ਇੰਸਟੈਡ ਤੁਸੀਂ ਆਪਣੇ ਟਰੱਕ ਦੇ ਉੱਤੇ ਆਪ ਇੱਦਾਂ ਦਾ ਕੋਈ ਮਕੈਨਿਕ ਦਾ ਕੰਮ ਕਰੋ। ਇੰਸਟੈਡ ਉਹਦੇ ਤੁਸੀਂ ਪ੍ਰੀ ਟ੍ਰਿਪ ਇੰਸਪੈਕਸ਼ਨ ਤੇ ਆਪਣੇ ਟਰੱਕ ਦਾ ਵੈਸੇ ਜਿਹੜਾ ਵਿਜ਼ੀਬਲੀ ਧਿਆਨ ਰੱਖ ਲਓ, ਉਹ ਹੀ ਬਹੁਤ ਆ। ਤੁਸੀਂ ਆਪਣੇ ਟਾਇਰਾਂ ਦੀ ਹਵਾ ਪ੍ਰੋਪਰਲੀ ਚੈੱਕ ਕਰੋ, ਤੁਸੀਂ ਆਪਣੀਆਂ ਹੋਜ਼ਾਂ ਚੈੱਕ ਕਰੋ, ਤੁਸੀਂ ਆਪਣੀ ਲੀਕੇਜ ਚੈੱਕ ਕਰੋ, ਤੁਸੀਂ ਉਹ ਚੀਜ਼ਾਂ 'ਤੇ ਧਿਆਨ ਦੇ ਲਓ, ਉਨਾ ਹੀ ਬਹੁਤ।
ਮਕੈਨ ਜਿਹੜੀ ਆ ਉਹ ਮੇਰੇ ਖਿਆਲ ਦੇ ਵਿੱਚ ਗੁੱਡ ਆਈਡੀਆ ਨਹੀਂ ਹੈਗਾ, ਕਿਉਂਕਿ ਹੈਵੀ ਡਿਊਟੀ ਟਰੱਕ ਹੈਗੇ ਆ, ਇਹ ਕਿਹੜੇ ਵੀ ਛੋਟੇ ਮੋਟੇ ਟਰੱਕ ਆ ਵੀ ਉਹਨਾਂ ਨੂੰ ਜਿਹਨੂੰ ਕੋਈ ਮਾੜੇ ਜਿਹੇ ਜੈਕ ਦੇ ਨਾਲ ਚੁੱਕ ਕੇ ਕੰਮ ਕਰ ਲੈਣਾ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਛੱਡ ਕੇ ਤੁਸੀਂ ਇਹ ਰੱਖੋ ਵੀ ਤੁਸੀਂ ਟਰੱਕ ਤੋਰਨ ਤੋਂ ਪਹਿਲਾਂ ਪ੍ਰੀ ਟ੍ਰਿਪ ਇੰਸਪੈਕਸ਼ਨ ਤੇ ਪੋਸਟ ਟ੍ਰਿਪ ਇੰਸਪੈਕਸ਼ਨ ਜਿਹੜੀ ਆ ਉਹ ਪ੍ਰੋਪਰ ਤੇ ਸਹੀ ਢੰਗ ਨਾਲ ਕਰੋ ਤੇ ਤੁਸੀਂ ਬਹੁਤ ਖਰਚਿਆਂ ਤੋਂ ਬਚ ਸਕਦੇ ਹੋ। ਹਾਂ, ਪਤਾ ਹੋਵੇ ਡਾਇਗਨੋਜ਼ ਤੁਸੀਂ ਕਰਕੇ ਪਤਾ ਕਰ ਸਕਦੇ ਆ ਕਿਹੜੇ ਕੋਡ ਆ, ਉਹਦੇ ਬਾਰੇ ਜਾਣਕਾਰੀ ਤੁਸੀਂ ਜ਼ਰੂਰ ਲਓ, ਨੌਲੇਜ ਲਓ, ਉਹਦੀ ਉਹ ਕੋਈ ਮਾੜੀ ਚੀਜ਼ ਨਹੀਂ ਆ ਨੌਲੇਜ ਲੈਣੀ। ਹਾਂ, ਪਰ ਜੀ। ਜਿਹੜੀ ਚੀਜ਼ ਕੋਈ ਸਿੰਪਲ ਆ ਉਹ ਤਾਂ ਬੰਦਾ ਹੱਥ ਪਾ ਲੈਂਦਾ, ਬਾਕੀ ਜਿਹੜਾ ਨਹੀਂ ਪਤਾ ਤੇ ਫਿਰ ਉਹ ਕੰਮ ਖਰਾਬ ਤੋਂ ਖਰਾਬ ਨਹੀਂ ਤੇ ਰਾਜਕਰਨ ਜਿਹੜਾ ਬਣ ਹੁਣ ਜਾਂਦਾ। ਹੁਣ Yeah. ਹੁਣ ਜੇ ਤੁਸੀਂ ਪ੍ਰੀ ਟ੍ਰਿਪ ਇੰਸਪੈਕਸ਼ਨ ਨਹੀਂ ਕੀਤੀ, ਤੁਹਾਡੀ ਹੋਜ਼ ਲੀਕ ਕਰਦੀ ਆ, 에ਅਰ ਹੋਜ਼ ਲੀਕ ਕਰਦੀ ਆ, ਤੁਹਾਡਾ ਜਾ ਕੇ ਜਾਮ ਹੋ ਗਿਆ ਰਾਹ ਦੇ ਵਿੱਚ, ਤੁਸੀਂ ਰੋਡ ਸਰਵਿਸ ਛੱਡੀ, ਸਾਰਾ ਕੁਝ ਛੱਡਿਆ ਨਾ, ਤੁਸੀਂ ਉੱਤੇ $1,500-2,000 ਲਾਤਾ, ਉਹਨਾਂ ਨੂੰ ਜੇ ਹੋਜ਼ ਤੁਸੀਂ ਤੁਰ ਲੱਗੇ ਪਹਿਲਾਂ ਦੇਖ ਲੈਂਦੇ ਵੀ check ਖਰਾਬ ਹੈ ਤੇ ਖੜ ਕੇ ਠੀਕ ਕਰਾ ਲੈਂਦੇ। ਉਹ ਵੀ ਬਚ ਤੁਹਾਡਾ ਗਿਆ। ਟਾਇਰ ਮਾੜਾ ਆ, ਤੁਸੀਂ ਜਾ ਕੇ ਸਕੇਲ ਤੇ ਪੁੱਲ ਓਵਰ ਹੋ ਗਏ, ਉੱਥੇ ਤੁਹਾਡੀ ਇੰਸਪੈਕਸ਼ਨ ਹੋਈ, ਉਹਨਾਂ ਨੇ ਕੱਢਤਾ ਟਾਇਰ ਮਾੜਾ, ਤੁਸੀਂ ਹੁਣ ਰੋਡ ਸਰਵਿਸ ਸੱਦੋਗੇ, ਉੱਥੇ $500-700 ਲਾਓਗੇ, ਉੱਥੋਂ ਜੇ ਤੁਸੀਂ ਤੁਰਨ ਲੱਗੇ ਆਪਣਾ ਟਾਇਰ ਚੈੱਕ ਕਰ ਲਓ ਕਿ ਭਾਈ ਟਾਇਰ ਮਾੜਾ, ਮੈਂ ਰੋਡ ਤੇ ਚੜ੍ਹਨ ਤੋਂ ਪਹਿਲਾਂ ਮੈਂ ਇਹਨੂੰ ਟਾਇਰ ਨੂੰ ਠੀਕ ਕਰਵਾ ਲਵਾਂ। ਸੋ ਮੇਰੇ ਖਿਆਲ ਦੇ ਵਿੱਚ ਆਪ ਮਕੈਨਿਕੀ ਨਾਲੋਂ ਨਾ ਪ੍ਰੀ ਟ੍ਰਿਪ ਇੰਸਪੈਕਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ, ਔਰ ਚੰਗੀ ਤਰ੍ਹਾਂ ਕਰਨੀ ਜ਼ਰੂਰੀ ਹੈਗੀ ਆ, ਨਾ ਕਿ ਸਿਰਫ ਇੱਕ ਡਰਾਮਾ ਕਰਨਾ ਵੀ ਹਾਂ ਕਰ ਲਿਆ ਪ੍ਰੀ ਟ੍ਰਿਪ। ਜੀ, ਅਗਲੇ ਕਾਲਰ ਨੇ ਆਪਣੇ ਨਾਲ ਸੋਹੀ ਜੀ, ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਭਰਾਵਾਂ ਨੂੰ, ਸੋਹੀ ਬੋਲਦਾ ਸੀ ਟੈਕਸਸ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ। ਤੇ ਵੀਰ ਜੀ ਮੈਂ ਦੱਸਣਾ ਚਾਹੁੰਦਾ ਵੀ ਮੇਰੇ ਕੋਲੇ 2 ਟਰੱਕ ਸੀਗੇ, ਜਿਹੜੀ ਸਿਚੁਏਸ਼ਨ ਇਸ ਟਾਈਮ ਚੱਲਦੀ ਪਈ ਆ, ਲੋਡਾਂ ਦੇ ਪ੍ਰਾਈਸ ਬਹੁਤ ਡਾਊਨ ਨੇ। ਅਸੀਂ ਸ਼ਰਮ ਕਰਦੇ ਹਾਂ ਕਈ ਵਾਰੀ ਵੀ ਯਾਰ ਜੇ ਟਰੱਕ ਵੇਚਤਾ ਕੀ ਹੋਊਗਾ। ਮੈਂ ਦੋਨੇ ਟਰੱਕ ਵੇਚਤੇ, ਦੋਨੇ ਰੀਫਰ ਵੇਚਤੇ, ਮੇਰੇ ਕੋਲ ਰੀਫਰ ਸੀਗੇ। ਇਸ ਟਾਈਮ ਮੈਂ ਜੌਬ ਕਰ ਰਿਹਾ, ਬਹੁਤ ਵਧੀਆ। ਮੈਂ ਜਿੰਨੇ ਪੈਸੇ ਮੈਨੂੰ ਉੱਧਰੋਂ ਸਿਰਦਰਦੀ ਦੇ ਵਿੱਚੋਂ, ਡਰਾਈਵਰਾਂ ਦੇ ਪੰਗੇ ਚੋਂ, ਹੋਰ ਆਪਦੇ ਚੋਂ ਮੈਨੂੰ ਬਚਦੇ ਸੀ, ਉਹਦੇ ਨਾਲੋਂ ਜ਼ਿਆਦਾ ਬਚ ਰਹੇ ਨੇ। ਹੈਪੀ ਆ ਮੈਂ ਵੀ ਜੇ ਕੋਈ ਬੰਦਾ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਹੈਗਾ ਤਾਂ ਸ਼ਰਮ ਨਾ ਕਰੋ ਤੇ ਆਪਣੀ ਜੌਬ ਕਰ ਲਓ। ਤੁਸੀਂ ਵੀ ਇਹੀ ਸੁਜੈਸ਼ਨ ਦਿੱਤਾ, ਬਹੁਤ ਵਧੀਆ ਹੈ ਇਹ। ਸਟ੍ਰੈਸ ਫ੍ਰੀ ਰਹੋ ਜੀ। ਹਾਂਜੀ, ਸੈਕੰਡ ਹੈਗਾ ਜਿਹੜਾ ਵੀਰ ਜੀ ਨੇ ਹੁਣੀ ਗੱਲ ਕੀਤੀ ਸੀਗੀ ਵੀ TQL ਦਾ ਉਹਨਾਂ ਨੇ ਲੋਡ ਚੱਕ ਰਹੇ ਨੇ। TQL ਬਦਮਾਸ਼ ਕੰਪਨੀ ਆ। ਇਹ ਸਿੰਗਲ ਜਿਹੜੇ ਓਨਰ ਆਪਰੇਟਰ ਨੇ ਉਹਨਾਂ ਨੂੰ ਹਰ ਵਾਰ ਮਤਲਬ ਲੋਡ ਦਿੰਦੇ ਨੇ, ਪਹਿਲਾਂ ਇਹ ਬੰਦੇ ਨੂੰ ਚਾਰਟ ਤੇ ਲਾ ਕੇ ਫਿਰ ਉਹ ਤੇ ਕਲੇਮ ਪਾਉਂਦੇ ਆ। ਮੇਰੇ ਤੇ 16,500 ਦਾ ਕਲੇਮ ਪਾਇਆ ਪਿਛਲੇ ਸਾਲ, ਜਿਹੜਾ ਕਿ ਅਨਜੈਨੂਅਨ ਸੀਗਾ। ਲੋਡ ਵੀ ਲੈ ਲਿਆ ਮੇਰੇ ਕੋਲੋਂ ਤੇ 16,500 ਦਾ ਡੈਮੇਜ ਦਾ ਕਲੇਮ ਵੀ ਪਾਤਾ। ਮੈਂ ਉਹਨਾਂ ਨਾਲ ਫਾਈਟ ਕੀਤੀ ਬਹੁਤ। ਮੈਂ ਡਿਸਟ੍ਰਿਕਟ ਅਟਾਰਨੀ ਦੇ ਕੋਲੇ ਵੀ ਗਿਆ, ਉਹਨਾਂ ਨੇ ਵੀ ਈਮੇਲ ਕੀਤੀ ਉਹਨਾਂ ਨੂੰ। ਮੈਂ ਡਿਮਾਂਡ ਨੋਟਸ ਵੀ ਭੇਜਿਆ ਵੀ ਵਕੀਲ ਦੇ ਥਰੂ ਵੀ ਮੇਰੇ ਇਹ ਪੈਸੇ ਦਿੱਤੇ ਜਾਣ। ਵਕੀਲ ਨੇ ਉਹਨਾਂ ਨੂੰ ਡਿਮਾਂਡ ਨੋਟਸ ਭੇਜਿਆ 16,500 ਦਾ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਡਿਸਟ੍ਰਿਕਟ ਅਟਾਰਨੀ ਨੂੰ ਕੋਈ ਜਵਾਬ ਨਹੀਂ ਦਿੱਤਾ। ਐਂਡ ਤੇ ਸਾਨੂੰ ਅਟਾਰਨੀ ਨੇ ਕਿਹਾ ਵੀ ਇਹ ਜਿਹੜਾ ਕੇਸ ਆ ਇਹ ਫੈਡਰਲ ਦੇ ਵਿੱਚ ਆਉਂਦਾ, ਜਿਹੜਾ ਤੁਸੀਂ ਲੋਡ ਦੇ ਤੁਹਾਡੇ ਪ੍ਰਾਈਜ਼ ਉਹ ਪੈਸੇ ਨਹੀਂ ਦੇ ਰਿਹਾ, ਤੇ ਜਿਹੜਾ ਉਹ 80,000 ਤੋਂ ਘੱਟ ਆਪਾਂ ਉੱਥੇ ਕੇਸ ਨਹੀਂ ਕਰ ਸਕਦੇ। TQL ਦੀ ਜਿਹੜੀ ਲੀਗਲ ਟੀਮ ਆ ਭਾਜੀ, ਜਿਹੜੇ ਉਹਨਾਂ ਨੇ ਵਕੀਲ ਰੱਖੇ ਹੋਏ ਆ, ਉਹ ਇਸੇ ਕੰਮ ਲਈ ਰੱਖੇ ਹੋਏ ਨੇ ਵੀ ਇਹਨਾਂ ਦੇ ਕਿਸੇ ਕੋਲੋਂ 10,000 ਮਾਰ ਲਓ, 12,000 ਮਾਰ ਲਓ, 15,000 ਮਾਰ ਲਓ, ਆਪਾਂ ਕਿਤੇ ਨਹੀਂ ਜਾ ਸਕਦੇ। ਉਹਨਾਂ ਦੇ ਖਿਲਾਫ ਕਿਸੇ ਵੀ ਕੋਰਟ ਦੇ ਵਿੱਚ ਮੈਂ ਜਾ ਨਹੀਂ ਸਕਦਾ। ਇਹ ਮੇਰਾ ਐਕਸਪੀਰੀਅੰਸ ਆ। ਇਹਨੂੰ ਵੀਰ ਜੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਈਮੇਲ ਕਰ ਦੇਵੇ ਉਹਨਾਂ ਨੂੰ, ਤੇ ਜਿਹੜਾ ਸ਼ਿਪਰ ਆ ਉਹਨੂੰ ਕਵੇ ਵੀ ਤੂੰ ਈਮੇਲ ਕਰ ਉਹਨਾਂ ਨੂੰ, ਤੇ ਕਾਪੀ ਇਹਨੂੰ ਕਰ ਦੇਵੇ। ਦੇਖੋ ਉਹ ਪੂਰਾ ਪਲਾਨ ਕਰਕੇ ਭਾਜੀ ਇਹ ਸਾਰਾ ਕੁਝ ਕਰਦੇ ਆ। ਜੇ ਆਪਾਂ ਐਂ ਕਹੀਏ ਵੀ ਉਹ ਜਿਹੜਾ TQL ਦਾ ਬ੍ਰੋਕਰ ਆ ਇਸ ਟਾਈਮ ਵੀ ਉਹ ਬੇਵਕੂਫੀ ਕਰ ਰਿਹਾ, ਭਾਜੀ ਬੇਵਕੂਫੀ ਨਹੀਂ, ਉਹ ਸਮਾਰਟ ਬੰਦਾ। ਉਹਨੇ ਪਲਾਨ ਕੀਤਾ ਹੋਇਆ ਵੀ ਇਹ ਤੇ ਕਲੇਮ ਪਾਉਣਾ, ਠੀਕ ਆ। ਇਹ ਹੁਣ ਇਹਦੀ ਕਿਸਮਤ ਆ ਇਹ ਬੰਦੇ ਦੀ ਵੀ ਇਹ ਤੇ ਉਹ ਕਲੇਮ ਪਾਉਂਦੇ ਆ ਜਾਂ ਨਹੀਂ ਪਾਉਂਦੇ। ਬਟ TQL ਜਦੋਂ ਇਦਾਂ ਦਾ ਕਿਸੇ ਵੀ ਓਨਰ ਆਪਰੇਟਰ ਨਾਲ ਕਰਦਾ, ਉਹ ਪ੍ਰੀ ਪਲਾਨ ਕਰਦਾ। ਬਸ ਇਹ ਕਹਿਣਾ ਚਾਹੁੰਦਾ ਸੀਗਾ ਮੈਂ। ਥੈਂਕ ਯੂ ਜੀ। ਜੀ, ਹਾਂਜੀ। ਸੋ ਦੈਟਸ ਰੀਅਲੀ ਬੈਡ ਬਿਜ਼ਨਸ। ਦੇਖੋ ਜੀ ਕਿਸ ਹਿਸਾਬ ਦੇ ਨਾਲ ਜਿਹੜਾ ਚੰਗਾ ਸਿਆਣਾ ਬੰਦਾ ਨਹੀਂਗਾ, ਉਹ ਬੇਵਕੂਫ ਹੀ ਆ ਜੀ। ਜੇ ਉਹਨੂੰ ਮੈਂ ਬੇਵਕੂਫ ਕਿਹਾ ਤੇ ਕਿਸੇ ਰੀਜ਼ਨ ਕਰਕੇ ਕਿਹਾ ਆ। ਉਹ ਸਿਆਣਾ ਪਲੈਨਰ ਨਹੀਂ ਹੈਗਾ, ਉਹ ਬੇਵਕੂਫ ਆ ਬੰਦਾ। ਅੱਜ ਨਹੀਂ ਕੱਲ ਨਹੀਂ ਪਰਸੋਂ, ਇਹ ਕੋਈ ਗੱਲ ਨਹੀਂ। ਉਹ ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ ਆ ਜਾਣਾ ਜਾੜ ਥੱਲੇ, ਕਿਸੇ ਦਿਨ ਕਿਸੇ ਦੀ ਦਾੜ ਥੱਲੇ ਆਊਗੀ ਇਹ ਹੁੰਦੇ ਆ। ਇਹ ਬੇਵਕੂਫੀ ਆ। ਇਹ ਚੰਗਾ ਬਿਜ਼ਨਸ, ਸਿਆਣਾ ਬਿਜ਼ਨਸ ਨਹੀਂ, ਸਿਆਣਾ ਵਰਕਰ ਨਹੀਂ। ਉਦਾਂ ਇਹ ਸਲਾਹ ਆ ਜਿਹੜੇ ਇਹਨਾਂ ਦੇ ਝੰਬੇ ਨੇ ਤੇ ਸਾਰੇ ਕਲਾਸ ਐਕਸ਼ਨ ਲਾ ਸੂਟ ਮਿਲ ਕੇ ਕਰਕੇ ਦੇਖ ਲਓ, ਵਕੀਲ ਲੱਭ ਲਓ ਸਾਰੇ ਜਾਣੇ ਮਿਲ ਕੇ, ਫਿਰ ਮੇ ਵੀ ਥੋੜਾ ਬਹੁਤਾ ਸੂਤ ਹੋਣ। ਅਜਿਹੇ ਜਿਹੜੇ ਬਾਅਦ ਚ ਇਦਾਂ ਦੇ ਸੂਤ ਹੁੰਦੇ ਫਿਰ ਚੰਗੇ ਸੂਤ ਹੁੰਦੇ, ਫਿਰ ਕੰਪਨੀ ਬੰਦ ਹੁੰਦੀ ਆ।
ਇਹ ਵੀ ਪ੍ਰੋਬਲਮ ਆਉਣੀ ਫਿਰ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਹੈ ਤੇ ਇੱਕ ਸੁਜੈਸ਼ਨ। ਜਿੱਦਾਂ ਭਾਈ ਸਾਹਿਬ ਕਹਿ ਗਏ ਸੀ ਨਾ ਵੀ YouTube ਤੇ ਚੱਲਿਓ ਤੁਹਾਨੂੰ ਸਮਝ ਆ ਜਾਏਗੀ। ਇਹ YouTube ਦੀ ਜਿਹੜੀ ਸਮਝ ਸਾਰਿਆਂ ਨੂੰ ਤਾਂ ਸਮਝ ਆਉਂਦੀ ਜੇ ਤੁਸੀਂ ਪਹਿਲੇ ਆਪ ਮਕੈਨਿਕ ਆ ਜਾਂ ਇਲੈਕਟ੍ਰੋਨਿਕ ਦਾ ਕੰਮ ਜਾਣਦੇ ਆ ਤੁਸੀਂ। ਕਿਉਂਕਿ 100% YouTube ਤੇ ਜਿਹੜੀ ਕੋਈ ਇਨਫੋਰਮੇਸ਼ਨ ਨਹੀਂ ਹੁੰਦੀ ਹੈਗੀ। ਉਹ ਤੁਹਾਨੂੰ ਇੱਕ ਆਈਡੀਆ ਦੇ ਦਿੰਦੇ ਆ, ਬਾਕੀ ਤੁਹਾਨੂੰ ਆਪ ਕਰਨਾ ਪੈਂਦਾ ਜੇ ਤੁਸੀਂ ਉਸ ਕੰਮ ਬਾਰੇ ਜਾਣਦੇ ਹੈਗੇ ਆ। ਨਹੀਂ ਉਲਟਾ ਕੰਮ ਪੈ ਜਾਂਦਾ। ਕਈ ਵਾਰੀ ਤੁਹਾਡੇ ਏਅਰ ਬ੍ਰੇਕ ਲਾਈਟ ਆ ਜਾਂਦੀਆਂ ਜਾਂ ਹੋਰ ਚੀਜ਼ਾਂ ਖਰਾਬ ਹੋ ਜਾਂਦੀਆਂ ਹੈਗੀਆਂ। ਤੇ ਦੂਜਾ ਮੇਰਾ ਕੁਐਸਚਨ ਹੈ ਵੀ ਅਗਰ ਮੇਰਾ ਇੱਕ ਟਰੱਕ ਦਾ ਬਿਜ਼ਨਸ ਨਹੀਂ ਹੈ, ਪਰ ਮੈਂ ਸੋਚਦਾ ਵੀ ਅਗਰ ਕੋਈ ਗੈਸ ਪੰਪ ਦਾ ਕੰਮ ਸ਼ੁਰੂ ਕਰਨਾ ਹੋਵੇ ਲਾਈਨ ਦਾ, ਉਹਦਾ ਬਿਜ਼ਨਸ ਕਿੱਦਾਂ ਹੈਗਾ ਅੱਜ ਦੀ ਡੇਟ 'ਚ, ਫਿਊਚਰ 'ਚ, ਆਉਣ ਵਾਲੇ ਟਾਈਮ 'ਚ? ਹੁਣ ਤਾਂ ਜੀ ਬਿਜਲੀ ਵਾਲੇ ਲਵਾਓ ਤੁਸੀਂ, ਚਾਰਜਿੰਗ ਵਾਲੇ। ਹੁਣ ਤਾਂ ਉਹਨਾਂ ਦਾ ਜ਼ਮਾਨਾ ਆਉਣ ਵਾਲਾ ਆ। ਕੈਲੀਫੋਰਨੀਆ ਤੋਂ ਬਿਨਾਂ ਹੋਰ ਭਾਵੇਂ ਹੋਰ ਸਟੇਟ 'ਚ ਦੇਖੋ। ਨਹੀਂ ਹੋਰ ਸਟੇਟ 'ਚ ਤੁਸੀਂ ਜਿਹੜਾ ਹੁਣ ਵਾਲਾ ਕੰਮ ਕਰਦੇ ਵਧੀਆ, ਆਰਾਮ ਨਾਲ ਉਹ ਕਰੀ ਜਾਓ। ਨਹੀਂ ਮੈਂ ਸੋਚਦਾ ਹੈ ਕਿ ਉਹ ਕੰਮ 'ਚ ਮੈਨੂੰ ਮੈਂ ਸੋਚਦਾ ਵੀ ਕੋਈ ਹੁਣ ਦੂਜੀ ਸਟੇਟ 'ਚ ਜਾ ਕੇ ਕੋਈ ਇੱਦਾਂ ਦਾ ਕੰਮ ਖੋਲ ਲਈਏ। ਠੀਕ ਹੈ ਹੁਣ ਜੀ। ਫਿਊਚਰ ਉੱਥੇ ਕਿੱਦਾਂ ਦਾ ਕੰਮ? ਇਹ ਹੁਣ ਉੱਥੋਂ ਦੇ ਲੋਕਲ ਬੰਦਿਆਂ ਨੂੰ ਤੁਹਾਨੂੰ ਆਈ ਥਿੰਕ ਪਤਾ ਕਰਨਾ ਪੈਣਾ। ਏਦਾਂ ਤਾਂ ਬਲੈਂਕਟ ਸਟੇਟਮੈਂਟ ਤਾਂ ਅਸੀਂ ਨਹੀਂ ਤੁਹਾਨੂੰ ਏਦਾਂ ਦੇ ਸਕਦੇ ਵੀ ਕਿੱਥੇ ਕੀ ਆ, ਕਿੱਦਾਂ ਕਿਵੇਂ ਆ। ਆਈ ਥਿੰਕ ਤੁਹਾਨੂੰ ਬੜੀ ਮਿਹਰਬਾਨੀ ਕਾਲ ਦੇ ਲਈ। ਮਕੈਨਿਕ ਵੀ ਆ, ਸੋ ਇਹਨਾਂ ਨੇ ਸਲਾਹ ਸਹੀ ਦਿੱਤੀ ਆ ਵੀ ਆਪਾਂ YouTube 'ਚ ਦੇਖ ਕੇ ਸਾਰਾ ਕੁਝ ਨਹੀਂ ਸਿੱਖ ਸਕਦੇ। ਹਾਂ, ਪੰਗਾ ਨਾ ਲੈ ਬੈਠੇ ਹੋ ਐਵੇਂ, ਬਾਅਦ 'ਚ ਹੋਰ ਕੰਮ ਖਰਾਬ ਹੋਊਗਾ ਜੀ। ਥੈਂਕ ਯੂ ਸੁਖਵਿੰਦਰ ਜੀ, ਬੜੀ ਮਿਹਰਬਾਨੀ। ਆਪਣੇ ਅਗਲੇ ਕਾਲਰ ਨੇ ਅਤਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਮੇਰਾ ਕੁਐਸਚਨ ਹੈਗਾ, ਮੈਂ ਲਾਸਟ ਈਅਰ ਟਰੱਕ ਲਿਆ ਸੀਗਾ ਤੇ ਇਹਦੀ ਤੇ ਉਦੋਂ ਲਿਆ ਵੀ ਓਵਰ ਵੈਲਿਊ ਆ ਤੇ ਇਸ ਟਾਈਮ ਤਾਂ ਹੋਲਡ ਕਰਨਾ ਔਖਾ ਹੋ ਰਿਹਾ। ਮੈਂ ਕੰਪਨੀ ਵੀ ਆਪ ਦੀ ਆ ਤੇ ਓਨਰ ਪੇਟ ਰਿਹਾ ਐਜ਼ ਏ ਹਨਾ ਸਿੰਗਲ। ਤੇ ਸੁਜੈਸ਼ਨ ਇਹੀ ਹੈ ਜਿੱਦਾਂ ਪਹਿਲੇ ਦੇਖੋ, ਜਿੱਦਾਂ ਪਹਿਲੇ ਦੱਸ ਕੇ ਗਏ ਨਾ, ਵੇਚ ਕੇ ਦੇਖ ਲਓ, ਕੋਈ ਗੱਲ ਨਹੀਂ। ਜੇ ਮੈਂ ਰਿਟਰਨ ਕਰਦਾ ਉਹਨਾਂ ਨੂੰ, ਜੇ ਮੰਨ ਲਓ ਮੈਂ ਏਦਾਂ ਹੀ ਉਹਨਾਂ ਨੂੰ ਰਿਟਰਨ ਕਰ ਦਿੰਦਾ ਜਿਨ੍ਹਾਂ ਤੋਂ ਲਿਆ ਆ, ਤੇ ਉਹ ਮੇਰੇ ਤੇ ਕੇਸ ਵੀ ਕਰ ਸਕਦੇ ਕੋਈ ਸੂ ਵਗੈਰਾ ਵੀ ਲਾਈਕ ਵੀ ਤੂੰ ਹਾਂ ਵੀ ਟਰੱਕ ਦੀ ਤੈਨੂੰ ਇੰਨੇ ਪੈਸੇ ਦੇਣੇ ਹੀ ਪੈਣੇ ਆ? ਨਹੀਂ, ਲਾਸੂਟ ਜਾਂ ਕੇਸ ਨਹੀਂ ਹੋ ਸਕਦਾ ਇੱਥੇ। ਸਿਰਫ ਤੁਹਾਡੇ ਕ੍ਰੈਡਿਟ ਦੇ ਉੱਤੇ ਜਾਊਗਾ, ਤੁਹਾਡੇ ਕ੍ਰੈਡਿਟ ਦੇ ਇਫੈਕਟ ਪਊਗਾ। ਲਾਸੂਟ, ਕੇਸ ਜਾਂ ਜੇਲ੍ਹ ਜਾਂ ਕੋਈ ਇਦਾਂ ਦਾ ਕੁਝ ਨਹੀਂ ਹੁੰਦਾ, ਨਾ ਹੀ ਕੋਈ ਕਰ ਸਕਦਾ ਆ। ਤੁਹਾਡੇ ਸਿਰਫ ਕ੍ਰੈਡਿਟ ਦੇ ਉੱਤੇ ਰਿਪੋਰਟ ਕਰ ਸਕਦੇ ਆ, ਤੇ ਕ੍ਰੈਡਿਟ ਦੇ ਉੱਤੇ ਰਿਪੋਰਟ ਕਰਨ ਤੋਂ ਬਾਅਦ ਤੁਹਾਡੇ ਕ੍ਰੈਡਿਟ ਜਿਹੜਾ ਉਹ ਖਰਾਬ ਹੁੰਦਾ ਆ। ਉਹ ਇਹ ਵੀ ਚੀਜ਼ਾਂ ਹਾਂਜੀ, ਇੱਕ ਇਹ ਵੀ ਡੀਲ ਕਰ ਸਕਦੇ ਜੇ ਉਹਨਾਂ ਨੂੰ ਰਿਕੁਐਸਟ ਕੀਤੀ ਜਾਵੇ ਵੀ ਕੰਮ ਸਲੋ ਆ ਵੀ ਤੁਸੀਂ ਇਹਦੀ ਇੰਸਟਾਲਮੈਂਟ ਜਾਂ ਘਟਾ ਦਿਓ, ਜਾਂ ਮੈਂ ਉਹਨਾਂ ਨਾਲ ਕਰ ਸਕਦਾ ਇਸ ਰਿਗਾਰਡਿੰਗ ਗੱਲਬਾਤ? ਤੁਸੀਂ ਨੈਗੋਸ਼ੀਏਟ ਤਾਂ ਆਲਵੇਜ਼ ਕਰ ਸਕਦੇ ਹੋ। ਉਹਨਾਂ ਨੂੰ ਵੀ ਪਤਾ ਹੈ ਵੀ ਉਹਨਾਂ ਦੇ ਪੈਸੇ ਮਰਨੇ ਆ, ਗਾਹਾਂ ਵਿਕਣਾ ਨਹੀਂ। ਨੈਗੋਸ਼ੀਏਟ ਤਾਂ ਕਰ ਸਕਦੇ, ਡਿਪੈਂਡ ਕਰਦਾ ਹੁਣ ਅਗਲਿਆਂ ਤੇ ਹਨਾ ਵੀ ਉਹ ਕਰਦੇ ਜਾਂ ਨਹੀਂ। ਜਦੋਂ 2008 ਦੇ ਵਿੱਚ ਡਾਊਨਫਾਲ ਆਇਆ ਸੀ, ਜਦੋਂ ਘਰਾਂ ਦੀਆਂ ਪ੍ਰਾਈਸਾਂ ਇੰਨਾ ਬੁਰਾ ਹਾਲ ਹੋ ਗਿਆ ਸੀ, ਉਦੋਂ ਬੈਂਕਾਂ ਨੇ ਹੱਥ ਜੋੜ ਕੇ ਲੋਕਾਂ ਨੂੰ ਘਰਾਂ 'ਚ ਰੱਖਿਆ ਸੀਗਾ ਤਾਂ ਕਿ ਸਾਨੂੰ ਘਰ ਦੀ ਜਿਹੜੀ ਮੇਨਟੇਨੈਂਸ ਆਪ ਕਰਨੀ ਪੈਣੀ ਆ। ਸੋ ਇਸ ਕਰਕੇ ਹੋ ਸਕਦਾ ਹੈ ਤੁਸੀਂ ਗੱਲ ਕਰੋ, ਗੱਲ ਕਰਕੇ ਦੇਖੋ, ਸ਼ਾਇਦ ਹੋ ਸਕਦਾ ਅਗਲੇ ਦੇ ਜੇ ਅਗਲੇ ਨੂੰ ਲੱਗੇ ਵੀ ਸਾਡੇ ਯਾਰਡ 'ਚ ਵੀ ਖੜਾ ਹੀ ਰਹਿਣਾ ਆਣ ਕੇ, ਤੇ ਉਹਨਾਂ ਨਾਲੋਂ ਬਿਹਤਰ ਹੈ ਚਲੋ ਤੁਸੀਂ ਪੇਮੈਂਟ ਘਟਾ ਲਓ ਜਾਂ ਥੋੜ੍ਹੀ। ਪਰ ਇਹ ਜ਼ਰੂਰ ਧਿਆਨ ਰੱਖਿਓ ਕਿ ਜਦੋਂ ਇਸ ਵੇਲੇ ਤੁਹਾਡਾ ਕੋਈ ਵੀ ਤੁਹਾਡਾ ਲੋਨ ਜਿਹੜਾ ਆ ਜਾਂ ਤੁਹਾਡਾ ਕੋਈ ਵੀ ਜਦੋਂ ਤੁਹਾਡਾ ਉਹ ਕਰਦੇ ਆ, ਉਹਨੂੰ ਮੋਡੀਫਾਈ ਕਰਦੇ ਆ, ਤੇ ਮੋਡੀਫਾਈ ਕਰਨ ਵੇਲੇ ਉਹ ਤੁਹਾਡੇ ਲੋਨ ਦੇ ਵਿੱਚ ਟਰਮਸ ਬਹੁਤ ਜ਼ਿਆਦੀਆਂ ਸਟ੍ਰਿਕਟ ਪਾ ਦਿੰਦੇ ਆ। ਸੋ ਮੋਡੀਫਾਈ ਕਰਨ ਵੇਲੇ ਤੁਹਾਡਾ ਇੰਟਰਸਟ ਰੇਟ ਬਹੁਤ ਜ਼ਿਆਦਾ ਵੱਧ ਜਾਂਦਾ ਆ। ਸੋ ਇਹ ਚੀਜ਼ਾਂ ਦਾ ਧਿਆਨ ਰੱਖਿਓ ਵੀ ਮੋਡੀਫਾਈ ਕਰਾਉਣ ਦੇ ਮੌਕੇ ਕਿਤੇ ਇਹ ਨਾ ਹੋਵੇ ਵੀ ਤੁਸੀਂ ਐਕਚੁਅਲ ਦੇ ਵਿੱਚ ਛੱਡਣ ਨਾਲੋਂ ਜ਼ਿਆਦਾ ਨੁਕਸਾਨ ਕਰ ਬੈਠੋ। ਓਕੇ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਕੋਈ ਵੀ ਡੀਲ ਮਿਲੇ ਤੇ ਠੰਡੇ ਦਿਮਾਗ ਨਾਲ ਸੋਚ ਕੇ, ਸਲਾਹ ਕਰਕੇ, ਚੰਗੀ ਤਰ੍ਹਾਂ ਪੜ੍ਹ ਕੇ ਜਾਂ ਦੂਜਿਆਂ ਦੇ ਨਾਲ ਸਲਾਹ ਕਰਕੇ, ਕਿਉਂਕਿ ਅੱਜ ਕੱਲ੍ਹ ਰਾਤ ਨੂੰ ਜਿਹੜੀਆਂ ਪੇਮੈਂਟਾਂ ਅੱਗੇ ਕਰ ਦਿੰਦੇ ਆ ਵੀ 3 ਮਹੀਨੇ ਦੀ ਪੇਮੈਂਟ ਨਹੀਂ ਦਿੱਤੀ ਹੈ ਨਾ, ਤੇ 3 ਮਹੀਨੇ ਦੀ ਪੇਮੈਂਟ ਜਿਹੜੀ ਐਡ ਕਰਤੀ, ਜੇ ਤੁਸੀਂ ਉੱਥੇ ਇੰਟਰਸਟ ਰੇਟ ਦੇਖੋ ਨਾ 3 ਮਹੀਨੇ ਦੀ ਪੇਮੈਂਟ ਤੋਂ ਸਾਰੇ ਹੀ ਲੋਨ ਨੂੰ ਐਡਜਸਟ ਕਰ ਦਿੰਦੇ ਆ ਫੜ ਕੇ। ਤੇ ਸਾਰੇ ਲੋਨ ਦੇ ਉੱਤੇ ਜੇ ਤੁਹਾਨੂੰ 12% ਇੰਟਰਸਟ ਮਿਲਿਆ ਤੇ ਹੁਣ ਤੁਹਾਨੂੰ 27-28% ਦੇ ਲੈ ਜਾਂਦੇ ਆ, ਕਿਉਂਕਿ ਤੁਸੀਂ ਉੱਥੇ ਕਲੌਜ਼ ਪਾਇਆ ਹੁੰਦਾ ਵੀ ਜੇ ਮੈਂ ਪੇਮੈਂਟ ਨਾ ਦਿੱਤੀ, ਮੇਰੀ ਰੀਐਡਜਸਟਮੈਂਟ ਕੀਤੀ ਤਾਂ ਮੇਰਾ ਜਿਹੜਾ ਲੋਨ ਦੇ ਕਲੌਜ਼ ਚੇਂਜ, ਲੋਨ ਦੀਆਂ ਟਰਮ ਚੇਂਜ ਹੋ ਜਾਣੀਆਂ, ਇੰਟਰਸਟ ਰੇਟ ਚੇਂਜ ਹੋ ਜਾਣਾ, ਸਾਰਾ ਕੁਝ ਚੇਂਜ ਹੋਣਾ। ਹੁਣ ਜਿੱਦਾਂ ਆਪਾਂ ਕ੍ਰੈਡਿਟ ਕਾਰਡ ਦਾ ਨਹੀਂ ਗਾ, ਤੁਹਾਨੂੰ ਕ੍ਰੈਡਿਟ ਕਾਰਡ 0% ਇੰਟਰਸਟ ਤੇ ਮਿਲਿਆ ਆ, ਤੁਸੀਂ ਇੱਕ ਪੇਮੈਂਟ ਲੇਟ ਕਰ ਲਓ, ਉਹ ਤੁਹਾਡਾ ਚੱਕ ਕੇ ਕ੍ਰੈਡਿਟ ਦਾ ਇੰਟਰਸਟ ਰੇਟ ਸਿੱਧਾ 27-28% ਦੇ ਮਾਰਦੇ ਆ। ਕਿਵੇਂ ਆ? ਜੀ ਜੀ ਜੀ। ਆਪਣੇ ਅਗਲੇ ਕਾਲਰ ਨੇ ਜਗਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਜਗਪਾਲ ਜੀ ਆਈ ਥਿੰਕ ਤੁਸੀਂ ਨਾ ਲਾਇਆ ਆ ਲਾਊਡ ਸਪੀਕਰ ਤੇ ਜਾਂ ਕਿੱਦਾਂ ਆਵਾਜ਼ ਤੁਹਾਡੀ ਬੜੀ ਦੂਰੋਂ ਆ ਰਹੀ ਆ ਕੰਨ ਨੂੰ ਲਾ ਕੇ ਹੁਣ ਕਿਵੇਂ ਆ? ਹਾਂਜੀ ਹੁਣ ਬੈਟਰ ਆ ਜੀ, ਹੁਣ ਸੁਣ ਰਹੀ। ਹਾਂਜੀ ਹਾਂਜੀ ਓਕੇ ਵੀਰ ਜੀ, ਮੈਂ ਤੁਹਾਡੇ ਤਿੰਨਾਂ ਵੀਰਾਂ ਦੇ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਜਿਹੜੀਆਂ ਤੁਸੀਂ ਗੱਲਾਂ ਇਹ ਦੱਸ ਰਹੇ ਹੋ ਜਾਂ ਕਰ ਰਹੇ ਹੋ, ਮੇਰਾ ਖਿਆਲ ਹੈ ਵੀ it's very hard to find anywhere to pay even lawyer to get those advice. I would just call you guys to let you guys know. Thank you so much. Welcome ji. Taking your time for this. And nobody paying the fee for doing this, but I'm really appreciate that one. Like ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ, ਬਹੁਤ ਚੀਜ਼ਾਂ ਨੇ ਇਹਦੇ ਵਿੱਚ ਜਿਹੜੀਆਂ ਲੋਕਾਂ ਨੂੰ ਕਾਮਨ ਸੈਂਸ ਦੇ ਵਿੱਚ ਆ ਜਾਂਦੀਆਂ ਨੇ। ਉਹਨਾਂ ਨੂੰ ਖੁਦ ਸੋਚਣਾ ਚਾਹੀਦਾ ਵੀ ਅਸੀਂ ਆਪਣੀ ਚਾਦਰ ਦੇਖ ਕੇ ਪੈਰ ਪਸਾਰੀਏ, ਪਰ ਜਿਹੜੀਆਂ ਤੁਸੀਂ ਐਡਵਾਈਸ ਦੇ ਰਹੇ ਹੋ ਇਸ ਬੇਮੁੱਲੀਆਂ ਨੇ। ਧੰਨਵਾਦ ਤੁਹਾਡਾ ਬਹੁਤ ਬਹੁਤ। ਥੈਂਕ ਯੂ, ਸ਼ੁਕਰੀਆ, ਥੈਂਕ ਯੂ ਜੀ, ਮਿਹਰਬਾਨੀ ਜੀ, ਹਾਂਜੀ ਸ਼ੁਕਰੀਆ। ਸੋ ਇਦਾਂ ਦੇ ਜਿਹੜੇ ਕਹਿ ਲਓ ਵੀ ਜਦੋਂ ਗੱਲਾਂ ਸੁਣਦੇ ਆ ਤੇ ਫਿਰ ਜਿੱਦਾਂ ਰਮਨ ਜੀ ਟੀਕਾ ਲੱਗਦਾ ਹੁੰਦਾ ਨਾ ਵੀ ਬੰਦਾ ਦਾ ਹੌਸਲਾ ਜਿਹਾ ਵੱਧਦਾ ਹੈ। ਸੋ ਥੈਂਕ ਯੂ, ਐਪਰੀਸ਼ੀਏਟ ਕਰਦੇ ਅਸੀਂ ਵੀ ਤੁਸੀਂ ਇਹ ਜਿਹੜੀਆਂ ਕੋਸ਼ਿਸ਼ਾਂ ਨੂੰ ਜਿਹੜਾ ਆ ਉਹ ਚੰਗਾ ਜਿਹੜਾ ਉਹ ਸਮਝਦੇ ਆ। ਚਲੋ ਆਉਣ ਵਾਲੇ ਸਮੇਂ 'ਚ ਇੱਦਾਂ ਹੀ ਆਪਾਂ ਲਗਾਤਾਰ ਕਰਦੇ ਰਵਾਂਗੇ। ਥੈਂਕ ਯੂ, ਬੜੀ ਮਿਹਰਬਾਨੀ। ਆਪਣੇ ਅਗਲੇ ਰਮਨ ਜੀ ਕਾਲਰ ਨੇ ਰਾਜਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਜਣਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣਾ ਚਾਹੁੰਦਾ ਜਿਵੇਂ ਪੇਮੈਂਟ ਹੋਲਡ ਕਰਾਉਣ ਨੂੰ ਜਿਹੜੇ ਆਪਣੇ ਵੋਲਵੋ ਦੇ ਡੀਲਰ ਤੋਂ ਜਾਂ ਆਪਾਂ ਪੀਟਰਬੈਲਟ ਵਾਲੇ ਇਹਨਾਂ ਡੀਲਰਾਂ ਤੋਂ ਲੋਨ ਲੈਂਦੇ ਆ ਵੀ ਕੰਪਨੀ ਤੋਂ, ਉਹ ਕੰਪਨੀ ਜੇ ਤੁਸੀਂ 3 ਤੋਂ 4 ਮੰਥ ਹੋਲਡ ਕਰਨਾ ਉਹ $500 ਚਾਰਜ ਕਰਦੇ ਆ ਤੇ ਤੁਸੀਂ 4-5 ਮਹੀਨੇ ਲਈ ਆਪਦੀ ਪੇਮੈਂਟ ਹੋਲਡ ਕਰ ਸਕਦੇ ਹੋ। ਉਹ ਚਾਰਜ ਕਰਦੇ ਆ $500, ਉਹ ਐਕਸਟਰਾ ਤੁਹਾਡੇ ਐਡ ਹੋ ਜਾਣੇ ਆ ਤੇ ਹੋਲਡ ਹੋ ਜਾਂਦੀ ਆ ਉਹ। ਠੀਕ ਜੀ, ਥੈਂਕ ਯੂ, ਥੈਂਕ ਯੂ ਰਾਜਾ, ਬੜੀ ਮਿਹਰਬਾਨੀ। ਸੋ ਕਹਿਣ ਦਾ ਮਤਲਬ ਇਹੀ ਆ ਵੀ ਪੇਮੈਂਟ ਉਹ ਪੈਸੇ ਤਾਂ ਦੇਣੇ ਪੈਣੇ ਅਲਟੀਮੇਟਲੀ, ਪਰ 4-5 ਮਹੀਨੇ ਲਈ ਤੁਸੀਂ ਜਿਹੜੀ ਆ ਉਹ ਡਿਲੇ ਕਰ ਦਿੰਦੇ ਆ ਆਪਣੀ ਪੇਮੈਂਟ। ਸੋ ਠੀਕ ਆ, ਹੋਪਫੁਲੀ 4-5 ਮਹੀਨੇ ਜੇ ਥੋੜੀ ਸਥਿਤੀ ਚੇਂਜ ਹੋ ਕਰ ਗਈ ਤਾਂ ਫਿਰ ਬੰਦਾ ਸਰਵਾਈਵ ਕਰ ਜਾਊਗਾ। ਪਰ ਨਹੀਂ, ਪਰ ਇੱਕ ਜਿਹੜੀ ਦੇਖੋ ਇਹਦੇ ਵਿੱਚ ਬਾਟਮ ਲਾਈਨ ਜਿਹੜੀ ਸਮੱਸਿਆ ਉਹ ਉਹਨਾਂ ਨੂੰ ਹਮੇਸ਼ਾ ਹੀ ਰਹਿਣੀ ਆ। ਜਦੋਂ ਉਹ ਆਪ ਮੰਨਦੇ ਆ ਵੀ ਉਹਨਾਂ ਨੇ ਓਵਰ ਪ੍ਰਾਈਸ ਜਿਹੜੀ ਉਹ ਚੀਜ਼ ਲਈ ਆ, ਉਹ ਲੌਂਗ ਟਰਮ ਉਹ ਠੀਕ ਚੱਲਦੀ ਨਹੀਂ ਹੁੰਦੀ। ਜਦੋਂ ਤੁਹਾਨੂੰ ਪਤਾ ਹੈ ਨਾ, ਤੁਸੀਂ ਜਦੋਂ ਇਮੋਸ਼ਨਲ ਹੋ ਕੇ ਜਾਂ ਹੋਰ ਗੱਲਾਂ 'ਚ ਆ ਕੇ ਜਾਂ ਭੇਡ ਚਾਲ 'ਚ ਆ ਕੇ ਜਦੋਂ ਤੁਸੀਂ ਇੱਦਾਂ ਦਾ ਫੈਸਲਾ ਲੈਂਦੇ ਆ, ਇਟਸ ਯੂਜਲੀ ਐਂਡਸ ਬੈਡ। ਉਹ ਸਾਰਿਆਂ ਦੇ ਲਈ ਠੀਕ ਨਹੀਂ ਜਿਹੜਾ ਉਹ ਹੁੰਦਾ। ਸੋ ਇਸੇ ਲਈ ਪਹਿਲਾਂ ਹੀ ਤੁਹਾਨੂੰ ਆਪਾਂ ਇਹ ਕਹਿੰਦੇ ਆ ਜਿਹੜੀ ਚੀਜ਼ ਆਲਰੇਡੀ ਮਹਿੰਗੀ ਆ, ਉਹ ਸਥਿਤੀ ਦਾ ਪਤਾ ਨਹੀਂ ਹੁੰਦਾ, ਉਹ ਫਿਰ ਕੰਮ ਖਰਾਬ ਹੋ ਜਾਂਦਾ। ਨੈਵਰ ਵੀ ਇੱਦਾਂ ਦੀ ਮਹਿੰਗੀ ਚੀਜ਼ ਓਵਰ ਪ੍ਰਾਈਸ 'ਤੇ ਤੁਹਾਨੂੰ ਖਰੀਦਣ ਦੀ ਜਿਹੜੀ ਉਹ ਬਿਲਕੁਲ ਵੀ ਜ਼ਰੂਰਤ ਨਹੀਂ ਆ। ਅਤੇ ਬਾਕੀ ਜਿੱਦਾਂ ਪਹਿਲਾਂ ਵੀ ਦੱਸਿਆ, ਕੋਈ ਗੱਲ ਨਹੀਂ, ਦੈਟਸ ਓਕੇ। ਜੇ ਬੰਦਾ ਥੋੜ੍ਹਾ ਜਿਹਾ ਫੇਲ ਵੀ ਹੋ ਰਿਹਾ ਹੈ ਕੁਛ ਸਮੇਂ ਦੇ ਲਈ, ਨਹੀਂ ਜਿਹੜੀ ਉਹ ਗੱਲ ਬਣ ਰਹੀ, ਤਾਂ ਉਹ ਮੈਂਟਲੀ ਜਿਹੜਾ ਉਹ ਬੰਦਾ ਫਿਰ ਜ਼ਿਆਦਾ ਨੁਕਸਾਨ ਆਪਣਾ ਨਾ ਕਰਾ ਲਵੇ। ਇਸ ਲਈ ਬੈਟਰ ਆ, ਜਿੱਦਾਂ ਸੋਹੀ ਉਹਨਾਂ ਨੇ ਦੱਸਿਆ, ਉਹ ਅਗਲੇ ਵੇਚ ਕੇ ਜੋਬ ਕਰ ਰਹੇ ਆ ਅਤੇ ਮੈਂਟਲ ਸੈਟਿਸਫੈਕਸ਼ਨ ਆ ਅਤੇ ਬਚ ਵੀ ਉਹਨਾਂ ਨੂੰ ਰਿਹਾ ਆ। ਸੋ ਤੁਸੀਂ ਇਹ ਚੀਜ਼ਾਂ ਵੱਲ ਨੂੰ ਜਿਹੜਾ ਉਹ ਜ਼ਰੂਰ ਧਿਆਨ ਦਿਓ। ਇਹ ਨਹੀਂ ਆ ਵੀ ਜੇ ਟਰੱਕਿੰਗ ਨਹੀਂ ਹੈਗੀ ਜਾਂ ਟਰੱਕ ਨਹੀਂ ਹੈਗਾ ਅਤੇ ਆਪਾਂ ਇੱਥੇ ਸਰਵਾਈਵ ਨਹੀਂ ਕਰ ਸਕਦੇ। ਵਨ ਪਾਰਟ ਆਫ ਜਿਹੜੀ ਉਹ ਲੋਕ ਉਹ ਕੰਮ ਕਰਦੇ, ਬਾਕੀ ਹੋਰ ਬਹੁਤ ਸਾਰੇ ਕਰ ਰਹੇ ਆ ਜਿਹੜੇ ਸਰਵਾਈਵ ਕਰ ਰਹੇ ਆ। ਸੋ ਤੁਸੀਂ ਉਸ ਚੀਜ਼ਾਂ ਵੱਲ ਨੂੰ ਵੀ ਧਿਆਨ ਦਿਓ, ਦੈਟਸ ਓਕੇ, ਕੋਈ ਗੱਲ ਨਹੀਂ। ਜ਼ਿੰਦਗੀ 'ਚ ਉਤਾਰ ਚੜਾਵ ਜਿਹੜੇ ਆ ਉਹ ਚੱਲਦੇ ਰਹਿੰਦੇ ਆ। ਅਤੇ ਰਮਨ ਜੀ ਇੱਥੇ ਜਾਣ ਤੋਂ ਪਹਿਲਾਂ ਸਮਾਂ ਆਪਣਾ ਸਮਾਪਤੀ 'ਤੇ ਹੀ ਆ, ਅਤੇ ਜਾਣ ਤੋਂ ਪਹਿਲਾਂ ਜਦੋਂ ਹੁਣ ਮਹਿੰਗੇ ਖਰੀਦਦੇ ਸੀ, ਜਿੱਦਾਂ ਹੁਣ ਵੀ ਆਪਣੀ ਗੱਲ ਚੱਲਦੀ ਸੀ ਸ਼ੁਰੂਆਤ 'ਚ ਵੀ ਟਰੱਕ ਅਜੇ ਵੀ ਜਿਹੜੇ ਕਾਫੀ ਮਹਿੰਗੇ ਆ, ਲੋ ਸਪੈਸੀਫਿਕੇਸ਼ਨ ਅਤੇ ਬਿਲਡ ਕੁਆਲਿਟੀ ਦੇ ਉੱਤੇ ਵੀ ਬੜੇ ਜਿਹੜੇ ਆ ਉਹ ਸਵਾਲ ਆਏ। ਉਦੋਂ ਤਾਂ ਚਲੋ ਸਾਰਿਆਂ ਨੇ ਜੱਕੋ ਤੱਕੀ ਚੱਕੇ, ਜਿੱਦਾਂ ਘਰ ਚੱਕੇ, ਕੋਈ ਇਨਸਪੈਕਸ਼ਨਾਂ ਵੇਵ ਆਫ ਕਰਕੇ ਕੀਤੇ ਅਤੇ ਹੁਣ ਪਛਤਾਉਂਦੇ ਆ। ਕੀ ਇੱਦਾਂ ਦੀਆਂ ਸਮੱਸਿਆਵਾਂ ਵੀ ਹਨ? ਬਿਲਕੁਲ ਹੈਗੀਆਂ ਕਿ ਬਹੁਤ ਜਿਹੜੇ ਟਰੱਕ ਹੈਗੇ ਆ ਉਹ ਬਹੁਤ ਲੋਕਾਂ ਨੇ ਕਾਹਲੀ ਦੇ ਵਿੱਚ ਲਏ ਹੈਗੇ ਆ, ਔਰ ਕਈ ਟਰੱਕਸ ਜਿਹੜੇ ਆ ਉਹਨਾਂ ਨੇ ਚੈੱਕ ਨਹੀਂ ਕਰਵਾਏ ਹੈਗੇ ਪ੍ਰੋਪਰਲੀ, ਉਹਨਾਂ ਨੂੰ ਦੇਖਿਆ ਨਹੀਂ ਹੈਗਾ। ਸੋ ਡੈਫੀਨੇਟਲੀ ਜਿਹੜੀਆਂ ਬਹੁਤ ਔਖੀਆਂ ਸਿਚੁਏਸ਼ਨਾਂ 'ਚ ਫਸ ਜਾਂਦੇ ਆ। ਤੁਸੀਂ ਇਹ ਯਕੀਨ ਕਰ ਲਓ ਵੀ ਇੱਕ ਕੈਲੀਫੋਰਨੀਆ ਦੇ ਡੀਲਰ ਨੇ ਕਿਸੇ ਕੰਪਨੀ ਕੋਲੋਂ ਟਰੱਕ ਖਰੀਦੇ ਸੀਗੇ ਇਸ ਸਮੇਂ ਦੇ ਵਿੱਚ, ਤੇ ਉਹਨਾਂ ਨੇ ਵੀ ਕਾਫੀ ਟਰੱਕ ਖਰੀਦੇ ਸੀਗੇ, ਤੇ ਐਕਚੁਅਲ ਦੇ ਜੋ ਕੰਪਨੀ ਡੀਲਰ ਨੂੰ ਡਿਲੀਟ ਕੀਤੇ ਟਰੱਕ ਵੇਚ ਗਈ। ਅੱਛਾ, ਤੇ ਡੀਲਰ ਨੇ ਇੰਨੀ ਕਾਹਲੀ 'ਚ ਖਰੀਦ ਲਏ, ਚੈੱਕ ਹੀ ਨਹੀਂ ਕੀਤਾ ਉਹਨੇ, ਚੈੱਕ ਨਹੀਂ ਕੀਤਾ, ਤੇ ਮੁੜ ਕੇ ਹਰ ਟਰੱਕ ਦੇ ਉੱਤੇ 20,000 ਲਾ ਕੇ ਉਹਦਾ ਫਿਲਟਰ ਦੁਆਰਾ ਇੰਸਟਾਲ ਕਰਾ ਕੇ ਵੇਚਿਆ। ਸੋ ਜਦੋਂ ਕਾਹਲੀ 'ਚ ਆਪਾਂ ਚੀਜ਼ ਲੈਂਦੇ ਉਦੋਂ ਆਪਾਂ ਗਲਤੀ ਕਰ ਜਾਂਦੇ ਹਾਂ। ਜੀ,
ਥੈਂਕ ਯੂ। ਮਾਫੀ ਚਾਹੁੰਦੇ ਹਾਂ, ਹੋਰ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ ਸਾਡੇ ਪ੍ਰੋਗਰਾਮ ਪਰ ਜਾਂਦੇ ਜਾਂਦੇ ਜ਼ਰੂਰ ਬਹੁਤ ਸਾਰੇ ਆਪਣੇ ਜਿਹੜੇ ਸਰੋਤੇ ਆ ਉਹਨਾਂ ਦਾ ਕੁਐਸਚਨ ਭਾਈ ਅਮਰਪਾਲ ਸਿੰਘ ਜਾਂ ਹੋਰ ਜੋ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਆ ਉਹਦੇ ਸੰਬੰਧ ਦੇ ਵਿੱਚ ਦੁਪਹਿਰ ਨੂੰ ਜਿਹੜੇ ਸਾਡੇ ਟਾਕ ਸ਼ੋਜ਼ ਹੋਣੇ ਆ 3 ਤੋਂ 4 ਜਾਂ 4 ਤੋਂ 5:30 ਹੋਊਗੇ। ਪਰ ਲੇਟੈਸਟ ਦੇਖੋ ਤੁਸੀਂ ਇੱਕ ਜ਼ਰੂਰ ਮੈਂ ਸਾਂਝੀ ਕਰਦਾ ਜਾਂਦਾ ਵੀ ਪੰਜਾਬ ਪੁਲਿਸ ਦੀ ਕਿੰਨੀ ਬੁਰਸ਼ਾਗਰਦੀ ਆ। ਪਿਛਲੇ ਦਿਨਾਂ 'ਚ ਇੰਨਾ ਰੌਲਾ ਪਾਇਆ ਗਿਆ ਵੀ ਉਹ ਨੰਗਲ ਅੰਬੀਆ ਪਿੰਡ ਦੇ ਵਿੱਚ ਜੀ ਆਏ ਤੇ ਉੱਥੇ ਆਪਣੇ ਕੁੜਤੇ ਪਜਾਮੇ ਜਿਹੜੇ ਚੋਲੇ ਬਦਲ ਕੇ ਤੇ ਚਲੇ ਗਏ ਤੇ ਉਹ ਇੱਕੋ ਹੀ ਫੋਟੋ ਦਿਖਾਲਦੇ ਸੀ ਵੀ ਮੋਟਰਸਾਈਕਲ ਤੇ ਭੱਜ ਗਏ। ਤੇ ਅੱਜ ਇੱਕ ਪੱਤਰਕਾਰ ਨੇ ਪਿੰਡ ਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਆ। ਉਹ ਕਹਿੰਦੇ ਜਿਹੜੇ ਬੰਦੇ ਆਏ ਸੀ ਉਹਨਾਂ ਦੀ ਗੱਲਬਾਣੀ ਤੋਂ ਲੱਗਦਾ ਸੀ ਵੀ ਉਹ ਪੁਲਿਸ ਵਾਲੇ ਹੀ ਸੀਗੇ, ਪੁਲਿਸ ਵਾਲੇ ਹੀ ਚੋਲੇ ਪਾ ਕੇ ਆਏ ਸੀ ਤੇ ਉਹ ਸਿਰਫ ਇੱਕ ਸਟੋਰੀ ਬਣਾਉਣ ਨੂੰ ਏਦਾਂ ਗਏ। ਸੋ ਇੰਨਾ ਕੁਛ ਝੂਠ ਜਿਹੜਾ ਆ ਮੀਡੀਆ 'ਚ ਵੀ ਆਉਂਦਾ ਹੈਗਾ। ਸੋ ਆਪਾਂ ਜਿਹੜੇ ਪ੍ਰੋਗਰਾਮ ਕਰ ਰਹੇ ਆ ਸੋ ਵਨ ਸਾਈਡਡ ਨਹੀਂ, ਜਿੱਦਾਂ ਹੁਣ ਸਰੋਤੇ ਵੀ ਆਪਣੇ ਕਾਲਾਂ ਕਰਕੇ ਦੱਸਦੇ ਆ, ਇੱਕ ਦੂਜੇ ਨੂੰ ਫਾਇਦਾ ਹੁੰਦਾ। ਸੋ ਜੋ ਕੁਝ ਸੋਸ਼ਲ ਮੀਡੀਆ ਤੇ ਅੱਜ ਕੱਲ ਆ ਰਿਹਾ ਤੇ ਉਹ ਤੋਂ ਜਿਹੜਾ ਸੋਚਣ ਤੋਂ ਉਹ ਤੇ ਯਕੀਨ ਕਰਨ ਤੋਂ ਜਿਹੜਾ ਸੋਚੋ ਤੇ ਬਹੁਤ ਜ਼ਿਆਦਾ ਕਰੈਕਟਰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਹੋ ਰਹੀ ਆ ਉੱਥੇ ਦੀ ਸਰਕਾਰ ਵੱਲੋਂ, ਪੁਲਿਸ ਵੱਲੋਂ, ਸਿੱਖਾਂ ਦੀ। ਸੋ ਇਹ ਆਪਾਂ ਜ਼ਰੂਰ ਸਾਂਝੀ ਕਰਨੀ ਸੀ। ਬਾਕੀ ਜਿਹੜਾ ਡਿਟੇਲ ਦੇ ਵਿੱਚ ਦੁਪਹਿਰ ਨੂੰ ਟਾਕ ਸ਼ੋਜ਼ ਹੋਣੇ ਆ ਉਹਨਾਂ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਡਿਸਕਸ ਕੀਤਾ ਜਾਊਗਾ ਜੀ। ਤੇ ਬਹੁਤ ਸ਼ੁਕਰੀਆ ਰਮਨ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਆਪਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ ਮੇਰੇ ਵੱਲੋਂ ਵੀ, ਸਾਡੇ ਦੋਨੋਂ ਵੱਲੋਂ ਹੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।